ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਗੁਰਵਿੰਦਰ ਸਿੰਘ ਬਰਾੜ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਸੁਣ ਲੈ ਸਰਕਾਰੇ ਦੇ ਵਿੱਚ ਨਾਲ ਹੈ ਮੇਰੇ ਉਪਜੀਤ ਜੀ ਨਿੱਘਾ ਸਵਾਗਤ। ਹਮਦਰਦ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਦੋਂ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਭਾਦੋਂ ਅੱਜ ਗਿਆ ਜੀ 17 ਤੇ ਇਸ ਤੋਂ ਇਲਾਵਾ ਸਤੰਬਰ ਦੀ ਹੋ ਗਈ ਹੈ ਜੀ 1 ਤਰੀਕ ਭਾਰਤੀ ਸਮੇਂ ਮੁਤਾਬਕ। ਗੱਲਬਾਤ ਕਰਾਂਗੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਛ ਦੇਸ਼ ਦੁਨੀਆ ਦੇ ਵਿੱਚ ਵਾਪਰਿਆ। ਸਭ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਉਹ ਫਿਲੀਪੀਨਸ ਤੋਂ ਆ ਰਹੀ ਹੈ। ਉਹ ਕਹਿ ਰਿਹਾ ਕਿ ਜੇ ਮਹਾਸਾਗਰ ਦੇ ਵਿੱਚ ਚੀਨੀ ਸੈਨਾ ਨੇ ਸਾਡੇ ਜਹਾਜ਼ਾਂ ਜਾਂ ਸੈਨਿਕਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਅਮਰੀਕਾ ਦੇ ਨਾਲ ਜਿਹੜੀ ਸਾਡੀ ਸੰਧੀ ਸਮਝੌਤਾ ਹੋਇਆ ਸੀ ਇੱਕ ਦੂਜੇ ਦੀ ਰੱਖਿਆ ਕਰਨ ਦਾ, ਅਸੀਂ ਅਮਰੀਕਾ ਦੇ ਨਾਲ ਫਿਰ ਜਾ ਖੜੇ ਹੋਵਾਂਗੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਗਸ਼ਤ ਕਰ ਰਹੇ 3 ਜਵਾਨਾਂ ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਕਾਫੀ ਜਵਾਨ ਸੀਗੇ, 3 ਤਾਂ ਉਹਨਾਂ ਦੇ ਵਿੱਚੋਂ ਥਾਂ ਤੇ ਆਪਣੇ ਸ਼ਹੀਦ ਹੋ ਗਏ ਆ, ਬਾਕੀ ਕੁਝ ਜ਼ਖਮੀ ਵੀ ਦੱਸੇ ਜਾ ਰਹੇ ਆ। ਇਸ ਤੋਂ ਇਲਾਵਾ ਜੀ ਗੱਲ ਕਰਾਂਗੇ ਅਮਰੀਕਾ ਦੀ। ਅਮਰੀਕਾ ਦੇ ਵਿੱਚ ਹੁਣ ਡੋਨਲਡ ਟਰੰਪ ਸਾਹਿਬ ਉੱਥੋਂ ਦੇ ਇੱਕ ਮੇਅਰ ਨਾਲ ਭਿੜ ਗਏ ਆ। ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਬੰਦਾ ਤਾਂ ਕਹਿ ਸਕਦੇ ਆ ਕਿ ਇੱਕ ਵਾਰ ਬਿਲਕੁਲ ਦਿਮਾਗ ਤੋਂ ਪੈਦਲ ਹੈ, ਅਤੇ ਅਗਲੇ ਪਾਸੇ ਮੇਅਰ ਨੇ ਵੀ ਜਵਾਬ ਦਿੱਤਾ ਕਿ ਜਿਹੜੀ ਇਹ ਅੱਗ ਲਾਈ ਹੈ ਇਹ ਪਹਿਲਾਂ ਤੁਸੀਂ ਲਾਈ ਹੈ, ਨਫ਼ਰਤ ਸਭ ਤੋਂ ਜ਼ਿਆਦਾ ਤੁਸੀਂ ਫੈਲਾਈ ਹੈ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ। ਚੀਨ ਦੀ ਗੱਲ ਵੀ ਕਰ ਲਾਂਗੇ। ਉੱਥੇ ਇੱਕ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਕਰੋਨਾ ਦੇ ਨਾਂ 'ਤੇ। ਜੀ ਬਿਲਕੁਲ। ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਫਿਲੀਪੀਨਸ ਦੀ ਛੇੜੀ ਹੈ ਤਾਂ ਇੰਡੀਆ ਨਾਲ ਵੀ ਪੇਚਾ ਪੈ ਚੁੱਕਿਆ ਦੁਬਾਰਾ ਚਾਈਨਾ ਦਾ ਘੁਸਪੈਠ ਕੀਤੀ ਹੈ। 29 ਅਤੇ 30 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਸੀ, ਚਾਈਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਦੁਬਾਰਾ ਘੁਸਪੈਠ ਕੀਤੀ ਹੈ ਪੈਂਗੋਂਗ ਝੀਲ ਵਾਲੇ ਇਲਾਕੇ 'ਚ। ਤੇ ਪਰ ਇਸ ਭਾਰਤੀ ਫੌਜ ਨੇ ਇਸ ਨੂੰ ਉਹਨਾਂ ਦੀ ਇਸ ਵਾਰ ਇੱਕ ਨਹੀਂ ਚੱਲਣ ਦਿੱਤੀ ਔਰ ਉਹਨਾਂ ਨੂੰ ਖਦੇੜ ਦਿੱਤਾ ਚਾਈਨੀਜ਼ ਫੌਜ ਨੂੰ। ਔਰ ਦੱਸ ਦਈਏ ਕਿ ਇੱਕ ਜਿਹੜੀ ਬਹੁਤ ਹੀ ਰਣਨੀਤਿਕ ਪੱਖੋਂ ਅਹਿਮ ਚੋਟੀ ਆ ਉੱਥੇ ਕਾਬਜ਼ ਵੀ ਹੋ ਗਈ ਆ ਭਾਰਤੀ ਫੌਜ। ਦੱਸ ਦਈਏ ਕਿ ਦੁਬਾਰਾ ਜਿਹੜਾ ਭਾਵੇਂ ਤਣਾਅ ਵਧਣਾ ਸ਼ੁਰੂ ਹੋ ਗਿਆ ਪਰ ਹਲੇ ਵੀ ਕਿਹਾ ਜਾ ਰਿਹਾ ਕਿ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਪਰ ਜਿਹੜੀ ਚੀਨ ਦੀ ਘੁਸਪੈਠ ਹੈ, ਜਿਹੜੀ ਘੁਸਪੈਠ ਕੀਤੀ ਗਈ ਹੈ, ਤਾਜ਼ਾ ਘੁਸਪੈਠ ਆ, ਉਹ ਕਾਫੀ ਚਿੰਤਾਵਾਂ ਵਧਾਉਂਦੀ ਹੈ। ਪੈਂਗੋਂਗ ਝੀਲ ਦੇ ਨੇੜੇ ਜੋ ਇਹ ਕਾਰਵਾਈ ਕੀਤੀ ਗਈ ਹੈ, ਇੱਥੇ ਦੱਸਿਆ ਗਿਆ ਕਿ ਚਾਈਨਾ ਵੱਲੋਂ ਆਪਣੇ ਫਾਈਟਰ ਪਲੇਨਸ ਜਿਹੜੇ ਲੜਾਕੂ ਜੈਟ ਨੇ ਉਹ ਵੀ ਤੈਨਾਤ ਕਰ ਦਿੱਤੇ ਗਏ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਜਿਹੜੇ ਰੱਖਿਆ ਖੇਤਰ ਦੇ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਿ ਚਾਈਨਾ ਦੁਬਾਰਾ ਵੱਡੇ ਪੱਧਰ ਤੇ ਘੁਸਪੈਠ ਦਾ ਯਤਨ ਕਰ ਸਕਦਾ। ਹਾਲਾਂਕਿ 29 ਅਤੇ 30 ਅਗਸਤ ਦੀ ਰਾਤ ਨੂੰ ਭਾਰਤ ਸਰਕਾਰ ਮੁਤਾਬਕ ਚਾਈਨਾ ਦੀ ਫੌਜ ਨੇ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਇਹ ਜਿਹੜੀ ਘੁਸਪੈਠ ਕੀਤੀ ਗਈ। ਉਧਰ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੇ ਵੀ ਉਧਰ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸਰਹੱਦੀ ਮਸਲਿਆਂ ਤੇ ਜਿਹੜਾ ਤਣਾਅ ਹੈ, ਵਿਵਾਦ ਹੈ, ਉਹ ਵੱਧ ਸਕਦਾ ਹੈ। ਮਤਲਬ ਚੀਨ ਵੱਲੋਂ ਵੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਨੇ। ਸਪੈਸ਼ਲ ਜਿਹੜੀ ਪੈਂਗੋਂਗ ਝੀਲ ਦੇ ਜਿਹੜੀ ਉੱਥੋਂ ਹਟਾਇਆ ਗਿਆ, ਆਪਣੇ ਘੁਸਪੈਠ ਦੀ ਕੋਸ਼ਿਸ਼ ਨੂੰ ਰੋਕਿਆ ਗਿਆ ਭਾਰਤੀ ਫੌਜ ਵੱਲੋਂ, ਉਹ ਸਪੈਸ਼ਲ ਬਟਾਲੀਅਨ ਨੇ ਕਾਰਵਾਈ ਕੀਤੀ ਹੈ ਜੀ। ਤੇ ਇਹ ਕਾਫੀ ਜਿਹੜੀ ਚੋਟੀ ਹੈ, ਜਿਹੜੀ ਪੈਂਗੋਂਗ ਝੀਲ ਦੇ ਨੇੜੇ ਜਿਹੜੀ ਚੋਟੀ ਤੇ ਭਾਰਤੀ ਫੌਜ ਨੇ ਕਬਜ਼ਾ ਕੀਤਾ, ਕਾਫੀ ਅਹਿਮ ਮੰਨੀ ਜਾਂਦੀ ਹੈ। ਹਾਲਾਂਕਿ ਇਹ ਭਾਰਤੀ ਸਰਹੱਦ ਦੇ ਵਿੱਚ ਪੈਂਦੀ ਹੈ, ਜੋ ਦੋਹਾਂ ਮੁਲਕਾਂ ਦਰਮਿਆਨ ਸਰਹੱਦੀ ਮਸਲਿਆਂ ਤੇ ਸਮਝੌਤਾ ਸੰਧੀ ਹੈ। ਪਰ ਇਸ ਦੇ ਬਾਵਜੂਦ ਜਿਹੜੀ ਚਾਈਨੀਜ਼ ਫੌਜ ਇਸ ਉੱਪਰ ਆਪਣਾ ਦਾਅਵਾ ਕਰ ਰਹੀ ਸੀ। ਐਤਵਾਰ ਤੇ ਸੋਮਵਾਰ ਦੀ ਰਾਤ ਜਦੋਂ ਚੀਨੀ ਫੌਜ ਨੇ ਇਸ ਤੇ ਕਬਜ਼ੇ ਦੀ ਸਾਜ਼ਿਸ਼ ਘੜੀ ਤਾਂ ਭਾਰਤੀ ਫੌਜ ਨੇ ਤੁਰਤ ਕਾਰਵਾਈ ਕਰਦਿਆਂ ਸਪੈਸ਼ਲ ਜਿਹੜਾ ਆਪਰੇਸ਼ਨ ਕੀਤਾ ਬਟਾਲੀਅਨ ਵੱਲੋਂ, ਤੇ ਚੀਨੀ ਫੌਜਾਂ ਨੂੰ ਜਿਹੜੀ ਚਾਈਨੀਜ਼ ਫੌਜੀਆਂ ਨੂੰ ਉੱਥੋਂ ਖਦੇੜ ਦਿੱਤਾ ਗਿਆ। ਪੁਸ਼ਟੀ ਵੀ ਕੀਤੀ ਗਈ ਹੈ ਇਸ ਦੀ, ਖਾਸ ਤੌਰ ਤੇ ਈਵਨ ਕਿ ਜਿਹੜੇ ਚਾਈਨਾ ਦਾ ਨੈਸ਼ਨਲ ਮੀਡੀਆ, ਹਾਲਾਂਕਿ ਉੱਥੇ ਸਰਕਾਰੀ ਜਿਹੜਾ ਕਬਜ਼ਾ ਹੈ ਉੱਥੋਂ ਦੇ ਮੀਡੀਆ ਤੇ, ਪਰ ਉੱਥੋਂ ਦੇ ਮੀਡੀਆ ਦੇ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਫੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਹਾਲਾਂਕਿ ਉਹ ਨਜ਼ਰੀਆ ਵੱਖਰਾ ਹੋ ਸਕਦਾ, ਉਹਨਾਂ ਵੱਲੋਂ ਜਿਹੜਾ ਐਂਗਲ ਦਿੱਤਾ ਗਿਆ ਉਹ ਵੱਖਰਾ ਹੋ ਸਕਦਾ, ਪਰ ਇੱਕ ਗੱਲ ਕਲੀਅਰ ਹੈ ਕਿ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਦੁਬਾਰਾ ਦੋਹਾਂ ਮੁਲਕਾਂ ਦੇ ਵਿੱਚ ਝਗੜਾ ਹੋਇਆ ਇੱਕ ਤਰੀਕੇ ਦਾ। ਚਾਈਨਾ ਨੇ ਘੁਸਪੈਠ ਕੀਤੀ ਔਰ ਭਾਰਤੀ ਫੌਜੀਆਂ ਨੇ ਉਸ ਨੂੰ ਖਦੇੜ ਦਿੱਤਾ, ਕਿਉਂਕਿ ਹੁਣ ਕੰਨ ਹੋ ਚੁੱਕੇ ਨੇ। ਭਾਰਤ ਨੂੰ ਪਤਾ ਹੈ, ਭਾਰਤੀ ਫੌਜਾਂ ਨੂੰ ਪਤਾ ਹੈ ਕਿ ਹਥਿਆਰ ਵੀ ਨਾਲ ਲੈ ਕੇ ਚੱਲਣੇ ਜ਼ਰੂਰੀ ਨੇ, ਕਿਉਂਕਿ ਜਦੋਂ ਪਿਛਲੀ ਘਟਨਾ ਵਾਪਰੀ ਸੀ ਤਾਂ ਉਦੋਂ ਬਗੈਰ ਹਥਿਆਰਾਂ ਤੋਂ ਹੋਣ ਕਾਰਨ 20 ਫੌਜੀ ਸ਼ਹੀਦ ਹੋਏ ਸਨ। ਇਸ ਗੱਲ ਦੀ ਸਵਾਲ ਉੱਠੇ ਸੀ ਕਿ ਫੌਜੀਆਂ ਨੂੰ ਹਥਿਆਰ ਕਿਉਂ ਨਹੀਂ ਦਿੱਤੇ ਗਏ। ਸੋ ਇਸ ਕਰਕੇ ਇਸ ਵਾਰੀ
ਜਿਹੜੀ ਪਹਿਲਾਂ ਤੋਂ ਤਿਆਰੀ ਆ ਉਹਦਾ ਵੀ ਫਾਇਦਾ ਹੋਇਆ ਤੇ ਹੁਣ ਜੋ ਫੌਜਾਂ ਤੈਨਾਤ ਕੀਤੀਆਂ ਜਾ ਰਹੀਆਂ ਨੇ ਉਦੋਂ ਚਾਈਨਾ ਵੱਲੋਂ ਜਿਹੜੇ ਫਾਈਟਰ ਜੈਟਸ ਤੈਨਾਤ ਕੀਤੇ ਗਏ ਨੇ, ਇਹ ਹੋ ਸਕਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਕਾਫੀ ਜਿਹੜਾ ਸਮੱਸਿਆਵਾਂ ਭਰਿਆ ਖਾਸ ਤੌਰ ਤੇ ਸਰਹੱਦੀ ਵਿਵਾਦ ਨੂੰ ਲੈ ਕੇ ਹੋ ਸਕਦਾ। ਪਰ ਦੋਵੇਂ ਮੁਲਕ ਜੇ ਆਪਾਂ ਦੇਖੀਏ ਤਾਂ ਅੰਦਰ ਖਾਤੇ ਬਿਲਕੁਲ ਨਹੀਂ ਚਾਹੁੰਦੇ ਹੈਗੇ ਕਿ ਕਿਸੇ ਕਿਸਮ ਦਾ ਜਿਹੜਾ ਟਕਰਾਅ ਜੋ ਚੱਲ ਰਿਹਾ ਉਹ ਵਧੇ। ਜੀ ਬਿਲਕੁਲ ਜੀ। ਅਭਿਜੀਤ ਜੀ, ਜਿਵੇਂ ਆਪਾਂ ਨਾਲ ਲੱਗਦੀ ਗੱਲ ਹੁਣ ਜੀ ਫਿਲੀਪੀਨਸ ਦੀ ਕਰ ਲੈਂਦੇ ਆ, ਕਿਉਂਕਿ ਇਹ ਗਵਾਂਢੀ ਦੇਸ਼ਾਂ ਨੂੰ ਵੀ ਇਹਦਾ ਜਿਹੜਾ ਸੇਕ ਹੈਗਾ ਉਹ ਪਹੁੰਚਣਾ ਸ਼ੁਰੂ ਹੋ ਗਿਆ। ਸੋ ਹੁਣ ਫਿਲੀਪੀਨਸ ਨੇ ਕਿਹਾ ਕਿ ਜੇ ਆਪਣੇ ਪ੍ਰਸ਼ਾਂਤ ਮਹਾਸਾਗਰ ਨੂੰ ਲੈ ਕੇ ਜੇ ਚੀਨੀ ਸੈਨਾ ਸਾਡੇ ਕਿਸੇ ਵੀ ਫੌਜੀ ਤੇ ਜਾਂ ਜਹਾਜ਼ ਤੇ ਹਮਲਾ ਕਰਦੀ ਹੈ ਤਾਂ ਸਾਡੀ ਫਿਰ 1951 ਦੇ ਵਿੱਚ ਜਿਹੜੀ ਇੱਕ ਸੰਧੀ ਹੋਈ ਸੀ ਅਮਰੀਕਾ ਦੇ ਨਾਲ, ਜਿਹਦੇ ਵਿੱਚ ਉਹ ਕਹਿੰਦੇ ਵੀ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀਗਾ ਕਿ ਜਦੋਂ ਵੀ ਫਿਲੀਪੀਨਸ ਜਾਂ ਅਮਰੀਕਾ ਦੇ ਕੋਈ ਹਮਲਾ ਹੁੰਦਾ ਹੈ ਤਾਂ ਸੈਨਾ ਇੱਕ ਦੂਜੇ ਦੀ ਮਦਦ ਜ਼ਰੂਰ ਕਰੂਗੀ। ਫਿਰ ਫਿਲੀਪੀਨਸ ਵਾਲੇ ਕਹਿੰਦੇ ਵੀ ਅਸੀਂ ਫਿਰ ਅਮਰੀਕਾ ਨੂੰ ਨਾਲ ਲਵਾਂਗੇ, ਫੇਰ ਨਾ ਦੱਸਿਓ। ਬਿਲਕੁਲ, ਉਹਨਾਂ ਨੇ ਕਿਹਾ ਜੀ ਸਾਊਥ ਚਾਈਨਾ ਸੀ ਜਿਹੜਾ ਵਿਵਾਦ ਦਾ ਕਾਰਨ ਹੈ। ਹੁਣ ਹਾਲਾਂਕਿ ਜਿਹੜੇ ਉੱਥੇ ਮੁਲਕ ਉਸ ਇਲਾਕੇ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਇੱਕ ਹੱਦ ਤੱਕ ਜਾ ਕੇ ਉਹਨਾਂ ਪਾਣੀਆਂ ਤੇ ਉਸ ਮੁਲਕ ਦਾ ਸੰਬੰਧਿਤ ਮੁਲਕ ਦਾ ਹੱਕ ਹੁੰਦਾ ਹੈ। ਹੁਣ ਜਿਹੜਾ ਚਾਈਨਾ ਚਾਹੁੰਦਾ ਹੈ ਕਿ ਸਾਊਥ ਚਾਈਨਾ ਸੀ ਹੈ ਜਿਹੜਾ ਦੱਖਣੀ ਚੀਨ ਮਹਾਸਾਗਰ ਕਹਿ ਸਕਦੇ ਹਾਂ ਆਪਾਂ ਵੀ ਉਹਦੇ ਤੇ ਸਾਰੇ ਤੇ ਹੀ ਮੇਰਾ ਕਬਜ਼ਾ ਹੋ ਜਾਏ, ਪਰ ਇਹ ਸੰਭਵ ਬਿਲਕੁਲ ਨਹੀਂ ਹੈ। ਹੁਣ ਜਿਹੜੇ ਵੀ ਉੱਥੇ ਮੁਲਕ ਉੱਥੇ ਇਲਾਕੇ ਦੇ ਵਿੱਚ ਸਥਿਤ ਨੇ ਉਹਨਾਂ ਦਾ ਬਰਾਬਰ ਦਾ ਹੱਕ ਹੈ ਜੋ ਉਸ ਇਲਾਕੇ ਦੀ ਵੰਡ ਇੱਕ ਤਰੀਕੇ ਨਾਲ ਕੌਮਾਂਤਰੀ ਪੱਧਰ ਤੇ ਹੋਈ ਹੈ। ਹੁਣ ਜੇ ਆਪਾਂ ਕਹਿ ਲਈਏ ਹਿੰਦ ਮਹਾਸਾਗਰ ਹੈ ਤਾਂ ਇੰਡੀਅਨ ਓਸ਼ਨ ਹੈ, ਤਾਂ ਇੰਡੀਆ ਦਾ ਸਾਰੇ ਓਸ਼ਨ ਤੇ ਕਬਜ਼ਾ ਨਹੀਂ ਨਾ ਮੰਨਿਆ ਜਾ ਸਕਦਾ। ਉਹ ਵੀ ਇੱਕ ਹੱਦ ਤੱਕ ਹੈ ਕਿਉਂਕਿ ਉੱਥੇ ਪਾਕਿਸਤਾਨ ਦੇ ਪਾਣੀ ਵੀ ਨੇ, ਪਾਕਿਸਤਾਨ ਦੇ ਜਿਹੜੀਆਂ ਪਾਕਿਸਤਾਨ ਦੀ ਸਮੁੰਦਰੀ ਫੌਜ ਆ ਉਹ ਗਸ਼ਤ ਕਰਦੀ ਹੈ ਹਿੰਦ ਅਰਬ ਸਾਗਰ ਦੇ ਵਿੱਚ ਇਧਰਲੇ ਪਾਸੇ ਆ ਕੇ। ਤਾਂ ਇਸ ਕਰਕੇ ਜ਼ਰੂਰੀ ਹੈ ਕਿ ਹਰ ਜਿਹੜਾ ਮੁਲਕ ਹੈ ਆਪਣੀਆਂ ਤੈਅਸ਼ੁਦਾ ਹੱਦਾਂ ਨੂੰ ਜਿਹੜਾ ਉਹਦਾ ਪਾਬੰਦ ਰਹੇ। ਹੁਣ ਚਾਈਨਾ ਇਹਨਾਂ ਜਿਹੜੀਆਂ ਹੱਦਾਂ ਦੀ ਉਲੰਘਣਾ ਕਰ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਬਿਲਕੁਲ ਫਿਲੀਪੀਨਸ ਨੇ ਸਹੀ ਕਿਹਾ ਹੈ ਕਿ ਅਸੀਂ ਅਮਰੀਕਾ ਨੂੰ ਸੱਦਾਂਗੇ, ਅਮਰੀਕੀ ਫੌਜ ਨੂੰ ਸੱਦਾਂਗੇ। ਤਾਂ ਜਦੋਂ ਅਮਰੀਕੀ ਫੌਜ ਜੇ ਸੱਦੀ ਜਾਂਦੀ ਹੈ ਜਿਵੇਂ ਇਰਾਕ ਦੇ ਵਿੱਚ ਹੋਇਆ ਜਾਂ ਆਪਾਂ ਕੁਵੈਤ ਦੇ ਵਿੱਚ ਕਹਿ ਸਕਦੇ ਹਾਂ, ਕੁਵੈਤ 'ਚ ਜਦੋਂ ਸੱਦਾਮ ਹੁਸੈਨ ਨੇ ਕਬਜ਼ਾ ਕੀਤਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਅਮਰੀਕੀ ਫੌਜ ਉੱਥੇ ਪਹੁੰਚ ਗਈ ਸੀ। ਤੇ ਹੁਣ ਉਹੀ ਹਾਲਾਤ ਜੇ ਇਧਰਲੇ ਪਾਸੇ ਪੈਦਾ ਹੁੰਦੇ ਨੇ ਤਾਂ ਅਮਰੀਕਨ ਫੌਜ ਫਿਲੀਪੀਨਸ ਦੇ ਵਿੱਚ ਪਹੁੰਚ ਸਕਦੀ ਹੈ ਔਰ ਜਿਹੜੀ ਚੀਨ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕਦਾ। ਜੀ ਬਿਲਕੁਲ ਜੀ। ਅਗਲੇ ਪਾਸੇ ਨੂੰ ਵਜੀਦ ਜੀ ਆਪਾਂ ਵੱਧਦੇ ਹਾਂ, ਇੱਕ ਬਹੁਤ ਵੱਡੀ ਜਿਹੜੀ ਘਟਨਾ ਕਹਿੰਦੇ ਜਲੰਧਰ ਦੇ ਵਿੱਚ ਵਾਪਰੀ ਹੈ। ਸੋ ਉਹ ਘਟਨਾ ਬਾਰੇ ਥੋੜਾ ਜਿਹਾ ਜ਼ਰੂਰ ਦਰਸ਼ਕਾਂ ਦੇ ਸਾਂਝਾ ਕਰੋ ਵੀ ਕੀ ਗੱਲ ਸੀ ਤੇ ਕੀ ਕੁਝ ਉੱਥੇ ਵਾਪਰਿਆ ਜੀ। ਇੱਕ 15 ਸਾਲ ਦੀ ਕੁੜੀ ਹੈ ਜੀ, ਤੁਰੀ ਜਾ ਰਹੀ ਹੈ ਜੀ। ਥੋੜਾ ਜਿਹਾ ਇਹ ਕਹਿ ਸਕਦੇ ਹਾਂ ਕਿ ਉੱਥੇ ਇਲਾਕਾ ਥੋੜਾ ਸੁੰਨਸਾਨ ਸੀ, ਹਾਲਾਂਕਿ ਦੁਪਹਿਰ ਦਾ ਸਮਾਂ ਸੀ, 2 ਵਜੇ ਦਾ, ਕੋਈ ਪਰ ਆਲੇ ਦਾਲੇ ਨਹੀਂ ਸੀ। ਤੇ ਉਹ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ 2 ਝਪਟ ਮਾਰਾਂ ਵੱਲੋਂ। ਆਪਾਂ ਇੱਕ ਵੀਡੀਓ ਦੇਖ ਲੈਂਦੇ ਹਾਂ ਪਹਿਲਾਂ, ਫਿਰ ਆਪਾਂ ਇਸ ਮੁੱਦੇ ਤੇ ਕਰਦੇ ਹਾਂ ਚਰਚਾ। ਜੀ ਜੀ। ਬਿਲਕੁਲ ਅਭਿਜੀਤ ਜੀ, ਆਪਾਂ ਵੀਡੀਓ ਦੇਖੀ, ਬੰਦੇ ਤਾਂ ਸੀਗੇ ਉਹ 2 ਜਿਹੜੇ ਮੋਟਰਸਾਈਕਲ ਤੇ ਆਏ ਆ ਤੇ ਉਦੋਂ ਬਾਅਦ ਇੱਕ ਨੂੰ ਜਦੋਂ ਪਤਾ ਲੱਗ ਗਿਆ ਵੀ ਇਹਦੇ ਹੁਣ ਪੈਣ ਲੱਗ ਪਈਆਂ ਤੇ ਇੱਕ ਤਾਂ ਮੋਟਰਸਾਈਕਲ ਲੈ ਕੇ ਉੱਥੋਂ ਗਿਆ ਭੱਜ। ਪਰ ਕੁੜੀ ਨੂੰ ਵਾਕਈ ਸਲੂਟ ਹੈਗਾ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨੇ ਹਿੰਮਤ ਨਹੀਂ ਹਾਰੀਗੀ,
ਹਾਲਾਂਕਿ ਦਿਲ ਛੱਡ ਜਾਂਦੇ ਹੁੰਦੇ ਵੱਡੇ ਵੱਡੇ ਬੰਦੇ ਵੀ, ਪਤਾ ਨਹੀਂ ਇਹਨਾਂ ਕੋਲੇ ਕੋਈ ਰਿਵਾਲਵਰ ਹੋ ਸਕਦਾ ਜਾਂ ਚਾਕੂ ਕਿਤੇ। ਉਹਦਾ ਸ਼ੁਕਰ ਹੈ ਜੀ ਉਹਨੇ ਹੱਥ ਵਾਲੇ ਪਾਸੇ ਨੂੰ ਚਲਾਇਆ, ਨਹੀਂ ਤਾਂ ਸਿਰ ਫਿਰੇ ਦਾ ਕੋਈ ਪਤਾ ਨਹੀਂ, ਢਿੱਡ ਵਾਲੇ ਪਾਸੇ ਨੂੰ ਚਲਾ ਦਿੰਦਾ ਜੀ। ਦੇਖੋ ਦਾਤ ਬਹੁਤ ਵੱਡਾ ਦਾਤ ਸੀ ਉਹਦੇ ਹੱਥ ਦੇ ਵਿੱਚ, ਜੇ ਆਪਾਂ ਇਹ ਕਹਿ ਸਕਦੇ ਆ ਬੰਦਾ ਮਾਰਨ ਵਾਸਤੇ ਕਾਫੀ ਸੀ। ਉਹ ਕੁਸਮ ਕੁਮਾਰੀ 15 ਸਾਲ ਦੀ ਇਸਦਾ ਨਾਮ ਹੈ। ਕੁੜੀ ਬੜੀ ਬਹਾਦਰੀ ਦਿਖਾਈ ਇਸਨੇ। ਹਾਲਾਂਕਿ ਆਪਾਂ ਕਹਿ ਸਕਦੇ ਆ ਕਿ ਜਦੋਂ ਇਹ ਭਿੜੀ ਆ ਸਨੈਚਰਸ ਦੇ ਨਾਲ, ਝਪਟ ਮਾਰਾਂ ਦੇ ਨਾਲ, ਉਦੋਂ ਕੱਲੀ ਸੀ, ਪਰ ਬਾਅਦ ਦੇ ਵਿੱਚ ਚਲੋ ਆਪਾਂ ਦੇਖ ਸਕਦੇ ਆ ਕਿ ਲੋਕ ਆ ਗਏ ਤੇ ਉਹਨਾਂ ਨੇ ਉਸ ਦੀ ਮਦਦ ਕੀਤੀ ਤੇ ਉਹ ਬੰਦਾ ਜਿਹੜਾ ਫੜ ਲਿਆ। ਆਪਾਂ ਦਾਤ, ਜਦੋਂ ਦਾਤ ਨਾਲ ਉਹਨੇ ਵਾਰ ਵੀ ਕੀਤਾ, ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਦਾਤ ਉਹਦੇ ਹੱਥ ਦੇ ਵਿੱਚ ਹੈ, ਝਪਟ ਮਾਰ ਦੇ ਹੱਥ ਦੇ ਵਿੱਚ, ਉਸਨੇ ਕੁੜੀ ਤੇ ਵਾਰ ਵੀ ਕੀਤਾ ਔਰ ਜ਼ਖਮੀ ਵੀ ਹੋਈ ਹੈ। ਉਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਪਰ ਇੱਕ ਗੱਲ ਹੈ ਕਿ ਉਹਨੇ ਬਹਾਦਰੀ ਦੇ ਨਾਲ ਇੱਕ ਜਿਹੜਾ ਝਪਟ ਮਾਰਾ ਸਨੈਚਰ ਹੈ ਉਸ ਨੂੰ ਕਾਬੂ ਕਰਵਾਉਣ ਦੇ ਵਿੱਚ ਵੱਡੀ ਜਿਹੜੀ ਰੋਲ ਅਦਾ ਕੀਤਾ ਤੇ ਇਸ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਰੀਫ ਹੋ ਰਹੀ ਹੈ ਪੂਰੇ ਜਲੰਧਰ ਸ਼ਹਿਰ ਦੇ ਵਿੱਚ। ਇਹ ਜਲੰਧਰ ਦੇ ਜਿਹੜੀ ਕੁਸਮ ਕੁਮਾਰੀ ਹੈ ਜੀ, ਇਹ ਵਸਨੀਕ ਤਾਂ ਹੈਗੀ ਫਤਿਹਪੁਰੀ ਮੁਹੱਲਾ ਦੀ, ਪਰ ਜਿਹੜੀ ਘਟਨਾ ਵਾਪਰੀ ਹੈ ਜੀ ਉਹ ਦੀਨ ਦਿਆਲ ਉਪਾਧਿਆਏ ਨਗਰ ਹੈ ਜੀ, ਜਲੰਧਰ ਕਪੂਰਥਲਾ ਰੋਡ ਤੇ, ਉੱਥੇ ਇਹ ਘਟਨਾ ਵਾਪਰੀ ਹੈ। ਤੇ ਜਦੋਂ ਪਤਾ ਲੱਗ ਗਿਆ ਕਿ ਇੱਕ ਕੁੜੀ ਦੇ ਨਾਲ ਧੱਕਾ ਮੁੱਕੀ ਹੋ ਰਹੀ ਹੈ ਤੇ ਹਮਲਾ ਹੋ ਰਿਹਾ, ਤਾਂ ਆਲੇ ਦੁਆਲੇ ਦੇ ਲੋਕ ਆ ਗਏ ਉੱਥੇ। ਤੁਸੀਂ ਦੇਖ ਸਕਦੇ ਹੋ ਕਿ ਉਹ ਸਨੈਚਰ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਬਾਅਦ ਦੇ ਵਿੱਚ ਕੀਤਾ ਗਿਆ। ਤੇ ਕੁੜੀ ਨੂੰ ਜਿਹੜਾ ਕਿ ਇਲਾਜ ਲਈ ਉਹਦੇ ਹਾਲਾਂਕਿ ਜ਼ਖਮ ਜ਼ਰੂਰ ਹੱਥ ਤੇ ਬਾਂਹ ਤੇ ਲੱਗੇ ਨੇ, ਪਰ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਕਿਸੇ ਕਿਸਮ ਦਾ, ਠੀਕ ਹੈ ਉਹ। ਤੇ ਇਸ ਆਪਾਂ ਦੁਬਾਰਾ ਇਸ ਕਹਿਣਾ ਚਾਹਾਂਗੇ ਕਿ ਕੁਸਮ ਕੁਮਾਰੀ ਜਿਹੜੀ 15 ਸਾਲ ਦੀ ਹੈ, ਉਸ ਦੀ ਬਹਾਦਰੀ ਨੂੰ ਆਪਾਂ ਸਲਾਮ ਕਰਦੇ ਹਾਂ। ਬਾਕੀ ਜੇ ਇੱਕ ਗੱਲ ਹੋਰ ਵੀ ਆਪਾਂ ਅਵਜੀਤ ਜੀ, ਜਿਵੇਂ ਪਹਿਲਾਂ ਵੀ ਦੱਸਦੇ ਰਹਿੰਦੇ ਤੇ ਇੱਕ ਵਾਰ ਫੇਰ ਵੀ ਦੱਸ ਦਿੰਦੇ ਕਿ ਹੁਣ ਜਦੋਂ ਹਰੇਕ ਪਾਸੇ ਜਦੋਂ ਬੇਰੁਜ਼ਗਾਰੀ ਮੰਦੀ ਆਈ ਪਈ ਹੈ ਤੇ ਉਦੋਂ ਇਹੋ ਜਿਹੀਆਂ ਹਰਕਤਾਂ ਤਾਂ ਅਵਜੀਤ ਜੀ ਪਹਿਲਾਂ ਵੀ ਹੁੰਦੀਆਂ ਸੀ। ਕੋਈ ਚੈਨ ਖਿੱਚ ਕੇ ਲੈ ਜਾਂਦਾ ਸੀ ਜਾਂ ਕੋਈ ਬੁੜੀਆਂ ਦੇ ਕੰਨਾਂ ਜਿਹੜੇ ਕਾਂਟੇ ਰਿੰਗ ਹੁੰਦੇ ਆ ਉਹ ਖਿੱਚ ਕੇ ਲੈ ਜਾਂਦਾ ਸੀ। ਤੇ ਹੁਣ ਜ਼ਿਆਦਾ ਹੀ ਕੰਮ, ਹੁਣ ਤਾਂ ਕਹਿੰਦੇ ਹੁੰਦੇ ਨੇ ਇੱਕ ਸੀ ਕਾਣੀ ਤੇ ਇੱਕ ਕਣ ਪੈ ਗਿਆ। ਇਹੋ ਜਿਹੇ ਬੰਦੇ ਜਿਹੜੇ ਹੁਣ ਵੀ ਆਪਾਂ ਜਦੋਂ ਜ਼ਿਆਦਾ ਥੋੜੇ ਜੇ ਇਸ ਗੱਲਾਂ ਵੱਲ ਹੁੰਦੇ ਜਾ ਰਹੇ ਆ, ਸੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਜਾਂਦੇ ਆ ਸੜਕ ਤੇ। ਇੱਕ ਤਾਂ ਫੋਨ ਦੀ ਵਰਤੋਂ ਬਿਲਕੁਲ ਨਾ ਕਰੀਏ, ਵੀ ਜਾਂਦੇ ਜਾਂਦੇ ਕਦੇ ਕਦੇ WhatsApp ਚੈੱਕ ਕਰਦੇ ਜਾਂਦੇ ਆ ਜਾਂ Facebook ਚਲਾਉਂਦੇ ਜਾਂਦੇ ਆ ਜਾਂ ਫੋਨ ਕੰਨ ਤੇ ਲਾ ਕੇ ਤੁਰੇ ਜਾਂਦੇ ਹੁੰਦੇ ਆ, ਕਿਉਂਕਿ ਇਹੋ ਜਿਹੇ ਬੰਦੇ ਹੁਣ ਥੋੜਾ ਜਿਹਾ ਜ਼ਿਆਦਾ ਹੀ ਹਰਕਤਾਂ ਨੂੰ ਅੰਜਾਮ ਦੇਣਗੇ। ਸੋ ਇਹ ਆਪਾਂ ਨੂੰ ਥੋੜਾ ਜਿਹਾ ਬਚਣ ਦੀ ਲੋੜ ਹੈਗੀ ਹੈ ਜੀ। ਬਿਲਕੁਲ। ਇੱਕ ਇਸੇ ਤਰ੍ਹਾਂ ਦੀ ਵੀਡੀਓ ਹੋ ਰਿਹਾ ਜੀ, ਆਪਾਂ ਇੱਕ ਬੱਚੀ ਦੀ ਵੀਡੀਓ ਹੈ ਉਹ ਦੇਖ ਲੈਂਦੇ ਆਗੇ ਕਿ ਇੱਕ ਪਤੰਗ ਉਤਸਵ, ਪਤੰਗ ਮੇਲਾ ਜਿਹਨੂੰ ਕਹਿ ਸਕਦੇ ਆਪਾਂ, ਤਾਇਵਾਨ ਦੇ ਵਿੱਚ ਚੱਲ ਰਿਹਾ ਸੀ। ਜਦੋਂ ਪਤੰਗ ਦੀ ਲਾਂਗੜ ਦੇ ਵਿੱਚ ਉਲਝ ਗਈ 3 ਸਾਲ ਦੀ ਬੱਚੀ ਤੇ ਉਸ ਨੂੰ ਨਾਲ ਖਿੱਚ ਕੇ ਲੈ ਗਿਆ ਪਤੰਗ ਹਵਾ ਦੇ ਵਿੱਚ। ਕਾਫੀ ਵੱਡਾ ਪਤੰਗ ਸੀ। ਜਿਵੇਂ ਆਪਾਂ ਬਰਾੜ ਸਾਹਿਬ ਪਹਿਲਾਂ ਪਤੰਗ ਉਡਾਉਂਦੇ ਹੁੰਦੇ ਸੀ ਤਾਂ ਤੇਜ਼ ਹਵਾ ਚੱਲਦੀ ਸੀ ਤਾਂ ਉਸ ਨੂੰ ਵਜ਼ਨਦਾਰ ਕਰਨ ਵਾਸਤੇ ਪਿੱਛੇ ਲਾਂਗੜ ਬੰਨ੍ਹ ਦਿੰਦੇ ਸੀ। ਜਿਹਨੂੰ ਡੋਰ ਕੇ ਪੂਛ ਜੀ ਹੁੰਦੀ ਸੀ, ਪੂਛ ਕਹਿ ਲਓ ਆਪਾਂ, ਲਾਂਗੜ ਬੰਨ੍ਹ ਦਿੰਦੇ ਸੀ ਤਾਂ ਉਹਦੇ ਨਾਲ ਵਜ਼ਨੀ ਹੋ ਜਾਂਦਾ ਸੀ। ਤੇ ਹੁਣ ਇੱਥੇ ਵੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸੀ ਤੇ ਕਾਫੀ ਵਜ਼ਨੀ ਘਟਨਾ। ਇਹ ਤਾਇਵਾਨ ਦੀ ਘਟਨਾ ਜੀ। ਤਾਇਵਾਨ ਦੇ ਵਿੱਚ ਆਪਾਂ ਜ਼ਰੂਰ ਵੀਡੀਓ ਦਿਖਾ ਦਈਏ, ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਹੈ ਕਿ ਉਹ 30 ਸਕਿੰਟ ਤੱਕ ਇਹ ਬੱਚੀ ਹੈ ਜਿਹੜੀ ਹਵਾ ਦੇ ਵਿੱਚ ਰਹੀ, 30 ਸਕਿੰਟ ਤੱਕ, ਪਰ ਮਤਲਬ ਉਹਨੂੰ ਆਖਰਕਾਰ ਬਚਾ ਲਿਆ ਗਿਆ ਤੇ ਤੁਰਤ ਜਿਹੜਾ ਹਸਪੀਟਲ ਲਿਜਾਇਆ ਗਿਆ। ਸਾਡੀ ਦਰਸ਼ਕਾਂ ਨੂੰ ਕਿ ਇਹ ਕੀ ਤਾਇਵਾਨ ਦਾ ਸਿੰਚੂ ਸ਼ਹਿਰ ਹੈ ਜੀ। ਪਹਿਲਾਂ ਇੱਕ ਵਾਰ ਅਵਜੀਤ ਜੀ ਆਪਾਂ ਵੀਡੀਓ ਤੇ ਪੂਰੀ ਤੇ ਝਾਤ ਮਾਰ ਲੈਣੀ ਹੈ ਜੀ, ਕੀ ਕੁਝ ਵਾਪਰਿਆ ਉੱਥੇ।
ਉਪਜੀਤ ਜੀ ਕੁੜੀ ਆਪਾਂ ਦੇਖਦੇ ਆ ਵਾਵਾ ਉੱਚੀ ਚਲੀ ਗਈ ਸੀ ਪਤੰਗ ਦੇ ਨਾਲ, ਇਹ ਕੁੜੀ ਦੇ ਹੱਥ 'ਚ ਪਤੰਗ ਸੀ ਜਾਂ ਕੀ ਚੱਕਰ ਬਣਿਆ ਜੀ? ਪੈਰ ਦੇ ਵਿੱਚ ਜਿਹੜਾ ਪਤੰਗ ਦਾ ਪਿਛਲਾ ਹਿੱਸਾ ਪੂਛ ਜਿਹਨੂੰ ਆਪਾਂ ਕਹਿ ਸਕਦੇ ਆ ਫਸ ਗਈ ਅਚਾਨਕ ਕਿਸੇ ਕਾਰਨ ਵਸ਼, ਆਪਾਂ ਕਹਿ ਸਕਦੇ ਹਾਂ ਹੁਣ ਕੀ ਕਾਰਨ ਹੋਇਆ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈਗੀ, ਪਰ ਆਪਾਂ ਦੇਖ ਸਕਦੇ ਹਾਂ ਕਿ ਉਹਦੀ ਜਾਨ ਅਚਾਨਕ ਖਤਰੇ ਦੇ ਵਿੱਚ ਪੈ ਗਈ ਸੀ ਬਹੁਤ। ਜੇ ਕਿਤੇ ਪਤੰਗ ਹੋਰ ਤੇਜ਼ੀ ਨਾਲ ਉੱਡਦਾ, ਹੋਰ ਹਵਾ ਥੋੜੀ ਜਿਹੀ ਤੇਜ਼ ਹੋ ਜਾਂਦੀ ਤਾਂ ਇਹ ਬੱਚੀ ਦਾ ਬਚਣਾ ਮੁਸ਼ਕਲ ਹੋ ਜਾਣਾ ਸੀ, ਕਿਉਂਕਿ ਜਦੋਂ ਜੇ ਉਹ 400-500 ਫੁੱਟ ਤੋਂ 400-500 ਫੁੱਟ ਉੱਪਰ ਜਾ ਕੇ ਡਿੱਗਦੀ ਤਾਂ ਉਹਦੇ ਵਾਸਤੇ ਉਹਦੀ ਜਾਨ ਬਚਾਉਣੀ ਬਹੁਤ ਮੁਸ਼ਕਲ ਹੋ ਜਾਂਦੀ। ਪਰ ਖੁਸ਼ਕਿਸਮਤੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਵਾ ਦਾ ਜਿਹੜਾ ਵਹਾਅ ਸੀ ਇੰਨਾ ਜ਼ਿਆਦਾ ਨਹੀਂ ਸੀ, 50-60 ਕਿਲੋਮੀਟਰ ਤੇ ਹਾਲਾਂਕਿ ਹਵਾਵਾਂ ਚੱਲ ਰਹੀਆਂ ਸੀ, ਪਰ ਇਸ ਦੇ ਨਾਲ ਹੀ ਜੇ ਦੇਖੀਏ ਲੋਕਾਂ ਦੀਆਂ ਵੀ ਇੱਕਦਮ ਜਦੋਂ ਉਹਨਾਂ ਨੂੰ ਦੇਖਿਆ ਕਿ ਕੁੜੀ ਬੱਚੀ ਜਿਹੜੀ ਹੁਣ ਇੱਥੇ ਖੇਡ ਰਹੀ ਸੀ ਅਚਾਨਕ ਹਵਾ ਦੇ ਵਿੱਚ ਉਛਲ ਗਈ ਤਾਂ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ। ਪਰ ਆਪਾਂ ਕਹਿ ਸਕਦੇ ਹਾਂ ਬੱਚੀ ਦੀ ਖੁਸ਼ਕਿਸਮਤੀ ਹੈ, ਬੱਚੀ ਦੇ ਮਾਪਿਆਂ ਦੀ ਖੁਸ਼ਕਿਸਮਤੀ ਹੈ ਕਿ ਉਹ ਉਸਦੀ ਜਿਹੜੀ ਜਾਨ ਬਚ ਗਈ ਹੈ। ਜੀ ਬਿਲਕੁਲ ਜੀ। ਉਪਜੀਤ ਜੀ ਆਪਾਂ ਅਗਲੇ ਪਾਸੇ ਨੂੰ ਵਧੀਆ ਗੱਲ ਕਰਦੇ ਹਾਂ ਆਪਾਂ ਚਾਈਨਾ ਦੀ। ਚਾਈਨਾ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕਰੋਨਾ ਸ਼ੁਰੂ ਹੋ ਗਿਆ ਸੀਗਾ, ਪਰ ਕਰੋਨਾ ਦੇ ਨਾਂ ਤੇ ਉੱਥੋਂ ਦੇ ਕੁਝ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਜਾਤੀਵਾਦ ਹੈਗਾ ਉਹਨੂੰ ਬਹੁਤ ਜ਼ਿਆਦਾ ਵਧਾਵਾ ਮਿਲਿਆ। ਸੋ ਆਪਾਂ ਕੁਝ ਖਬਰਾਂ ਪਹਿਲਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਇੱਕ ਮਸਜਿਦ ਨੂੰ ਢਾਹ ਕੇ ਉੱਥੇ ਉਹਨਾਂ ਨੇ ਕੁਝ ਆਪਣਾ ਬਣਾਤਾ ਸੀ। ਹੁਣ ਇੱਕ ਉੱਥੇ ਉਈਗਰ ਜਿਹੜਾ ਮੁਸਲਮਾਨ ਭਾਈਚਾਰਾ ਹੈਗਾ ਉਹਦੇ ਨਾਂ ਤੇ ਇਹਨਾਂ ਨੇ ਬਹੁਤ ਜ਼ਿਆਦਾ ਕਹਿੰਦੇ ਉੱਥੇ ਤਸ਼ੱਦਦ ਜਿਹੜਾ ਢਾਹ ਰਹੇ ਹੈਗੇ ਆ। ਸੋ ਗੱਲ ਨਿਕਲ ਕੇ ਸਾਹਮਣੇ ਜਿਹੜੀ ਇਹ ਆਈ ਹੈ ਕਿ ਉਈਗਰ ਜਿਹਨੂੰ ਮੁਸਲਿਮ ਭਾਈਚਾਰਾ ਉੱਥੇ ਵਸ ਰਿਹਾ ਉਹ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਹੈ। ਸ਼ਿਨਜਿਆਂਗ ਖੇਤਰ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਲੋਕਡਾਊਨ ਦੇ ਵਿੱਚ ਇਹ ਜਿਹੜਾ ਕਾਫੀ ਸਖਤੀ ਕੀਤੀ ਗਈ ਸੀਗੀ, ਤੇ ਉੱਥੇ ਫਿਰ ਜਿਹੜਾ ਭਾਈਚਾਰੇ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਤੇ ਕਹਿਦੇ ਆ ਕਿ ਬਿਨਾਂ ਅਜਮਾਈਆਂ ਗਈਆਂ ਦਵਾਈਆਂ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ। ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਰਿਹਾ ਗਿਆ ਔਰ ਉਸ ਸੂਬੇ ਦੇ ਵਿੱਚ ਇੱਕ ਔਰਤ ਨੇ ਆਪਣੀ ਪਛਾਣ ਲੁਕਾਉਂਦੇ ਹੋਏ ਸ਼ਰਤ ਤੇ ਦੱਸਿਆ ਕਿ ਸਾਨੂੰ ਜਿਸ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਸੀ ਉੱਥੇ ਇੱਕ ਸੈੱਲ ਦੇ ਵਿੱਚ ਇੱਕ ਹੀ ਨਹੀਂ ਬਲਕਿ ਦਰਜਨਾਂ ਹੋਰ ਵੀ ਔਰਤਾਂ ਸੀ, ਜਿੱਥੇ ਅੱਜ ਆਪਾਂ ਕਹਿ ਸਕਦੇ ਹਾਂ ਨਾ ਕਿ ਜਦੋਂ ਇਹੋ ਜਿਹਾ ਗੱਲ ਹੁੰਦਾ ਭੀੜ ਭੜੱਕੇ ਤੋਂ ਦੂਰ ਰਹਿਣੀ ਚਾਹੀਦੀ ਹੈ। ਉਦੋਂ ਬਾਅਦ ਉਹ ਔਰਤ ਦੱਸਦੀ ਕਿ ਸਾਨੂੰ ਉੱਥੇ ਇੱਕ ਖਾਸ ਦਵਾਈ ਪੀਣ ਲਈ ਮਜਬੂਰ ਕੀਤਾ ਜਾਂਦਾ ਸੀ ਔਰ ਜਦੋਂ ਅਸੀਂ ਇਹ ਦਵਾਈ ਪੀ ਲੈਂਦੀਆਂ ਸੀ ਤੇ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਸੀਗੀ। ਸੈੱਲ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਉਪਜੀਤ ਜੀ ਗੱਲ ਸੁਣਿਓ, ਇੱਕ ਹਫ਼ਤੇ ਦੇ ਵਿੱਚ ਉਹ ਕਹਿੰਦੇ ਔਰਤਾਂ ਨੂੰ ਨਿਰਵਸਤਰ ਕਰ ਦਿੱਤਾ ਜਾਂਦਾ ਸੀ, ਉਹਨਾਂ ਦੇ ਕੱਪੜੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਉਤਾਰ ਦਿਓ। ਉਦੋਂ ਬਾਅਦ ਉਹਦੇ ਉੱਤੇ ਜਿਹੜੇ ਉੱਥੋਂ ਦੇ ਸੁਰੱਖਿਆ ਕਰਮਚਾਰੀ ਸੀ ਉਹ ਫਿਰ ਦਵਾਈ ਦਾ ਛਿੜਕਾਅ ਕਰਦੇ ਸੀਗੇ ਤੇ ਉਹ ਕਹਿੰਦੇ ਵੀ ਇਸ ਦਵਾਈ ਦੇ ਨਾਲ ਸਾਡੇ ਜਿਹੜੇ ਸਰੀਰ ਤੇ ਬਹੁਤ ਜ਼ਿਆਦਾ ਜਿਹੜੀ ਇੱਕ ਹੈ ਜਲਨ ਜਿਹਨੂੰ ਆਪਾਂ ਕਹਿ ਸਕਦੇ ਹੋ ਹੁੰਦੀ ਸੀ। ਆਪਾਂ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸ ਦਿੰਦੇ ਕਿ ਜਿਹੜੇ ਉੱਤਰ ਪੱਛਮੀ ਖੇਤਰ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਉੱਥੇ ਇਨਫੈਕਸ਼ਨ ਬਹੁਤ ਜ਼ਿਆਦਾ ਵਧਿਆ ਹੋਇਆ। ਸੋ ਇਸ ਇਨਫੈਕਸ਼ਨ ਨੂੰ ਖਤਮ ਕਰਨ ਲਈ ਜਿਹੜੀ ਚੀਨ ਸਰਕਾਰ ਨੇ ਜਿਹੜਾ ਸਖਤ ਜਿਹੜੀਆਂ ਹੈਗੇ ਆ ਉਹ ਲੋਕਡਾਊਨ ਨੂੰ ਵੀ ਲਾਗੂ ਕੀਤਾ ਗਿਆ, ਸਖਤ ਜਿਹੜੇ ਕੁਝ ਕਦਮ ਜਿਹੜੇ ਆ ਚੱਕੇ ਗਏ ਆ। ਇੱਥੇ ਉਪਜੀਤ ਜੀ ਘਰਾਂ ਦੇ ਵਿੱਚ ਲੋਕਾਂ ਨੂੰ ਕੈਦ ਕਰਨ ਲਈ 40 ਦਿਨ ਦਾ ਕੁਆਰੰਟਾਈਨ ਪੀਰੀਅਡ ਕੀਤਾ ਗਿਆ ਹੈ ਚਾਈਨਾ ਸਰਕਾਰ ਨੇ, ਜਿੱਥੋਂ ਦੀ ਆਪਾਂ ਇਹ ਗੱਲ ਕਰ ਰਹੇ ਹਾਂ। ਸੋ ਕੀ ਮੰਨ ਸਕਦੇ ਹਾਂ ਕਿ ਆਪਾਂ ਇੱਕ ਨਵਾਂ ਹੀ ਜਿਹੜਾ ਇੱਕ ਭਾਈਚਾਰੇ ਨੂੰ ਲੈ ਕੇ ਜੋ ਹਾਲਾਂਕਿ ਔਰਤ ਨੇ ਆਪਣਾ ਨਾਂ ਗੁਪਤ ਰੱਖਿਆ ਉਹਨੇ ਤੇ ਉਹਨੇ ਆਪਣੀ ਹੱਡਬੀਤੀ ਸਾਰੀ ਸੁਣਾਈ ਹੈ। ਦੇਖੋ ਆਪਾਂ ਇਹ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਇੱਕ ਮੁਲਕ ਦੇ ਵਿੱਚ ਮਸਜਿਦ ਨੂੰ ਢਾਹ ਕੇ ਕਿਸੇ ਭਾਈਚਾਰੇ ਦੇ ਧਾਰਮਿਕ ਸਥਾਨ ਨੂੰ ਢਾਹ ਕੇ ਉੱਥੇ ਰੈਸਟੋਰੈਂਟ ਜਾਂ ਕੋਈ ਹੋਰ ਚੀਜ਼ ਬਣਾ ਦਿੱਤੀ ਜਾਵੇ ਤਾਂ ਉਹਨਾਂ ਦੀ ਅਹਿਮੀਅਤ ਕੀ ਹੋਊਗੀ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹਾਂ। ਤੇ ਹਾਲਾਂਕਿ ਮੁਸਲਮਾਨਾਂ ਦੀ ਕੋਈ ਗਿਣਤੀ ਬਹੁਤੀ ਨਹੀਂ ਹੈ, ਇੱਕ ਜਾਂ ਦੋ ਸੂਬਿਆਂ ਤੱਕ ਉੱਥੇ ਸੀਮਤ ਨੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ, ਖਾਸ ਤੌਰ ਤੇ ਜਿਹੜੇ ਉਈਗਰ ਭਾਈਚਾਰਾ ਇਹ। ਪਰ ਆਪਾਂ ਸਮੇਂ-ਸਮੇਂ ਤੇ ਦੇਖਦੇ ਹਾਂ ਕਿ ਚੀਨ ਸਰਕਾਰ ਵੱਲੋਂ ਇਹਨਾਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਨੇ, ਇਹਨਾਂ ਤੇ ਮਤਲਬ ਜ਼ੁਲਮ ਕਰਨ ਦੇ ਯਤਨ ਕੀਤੇ ਜਾਂਦੇ ਨੇ ਅੱਡ-ਅੱਡ ਤਰੀਕਿਆਂ ਨਾਲ ਵੱਖ-ਵੱਖ ਸਾਜ਼ਿਸ਼ਾਂ ਦੇ ਤਹਿਤ। ਹੁਣ ਇਹ ਜਿਹੜਾ ਸਾਹਮਣੇ ਮਾਮਲਾ ਆਇਆ ਬਹੁਤ ਹੀ ਜਿਹੜਾ ਆਪਾਂ ਸ਼ਰਮਨਾਕ ਵੀ ਕਹਿ ਸਕਦੇ ਹਾਂ ਤੇ ਜ਼ਾਲਮਪੁਣੇ ਦੀ ਹੱਦ ਵੀ ਕਹਿ ਸਕਦੇ ਹਾਂ। ਬਿਲਕੁਲ ਜੀ। ਤੇ ਅੱਗੇ ਵਧਦੇ ਹਾਂ ਜੀ, ਕੋਰੋਨਾ ਵਾਇਰਸ ਵਾਲੇ ਪਾਸੇ ਆਉਂਦੇ ਹਾਂ ਜੀ। ਹੁਣ ਆਪਾਂ ਹਲਕੀਆਂ ਫੁਲਕੀਆਂ ਜਿਹੜੀਆਂ ਗੱਲਾਂ ਹੋ ਗਈਆਂ, ਹੁਣ ਕੋਰੋਨਾ ਵਾਇਰਸ ਦੇ ਮੁੱਦੇ ਤੇ ਡੋਜ਼ ਜਿਹੜੀਆਂ ਵੈਕਸੀਨ ਦੀਆਂ ਡੋਜ਼ ਨੇ ਉਹਦੇ ਤੇ ਮਸਲਾ ਛਿੜ ਗਿਆ ਹੈ। ਅਮਰੀਕਾ ਦੀ ਵੈਲਫਰਡ ਯੂਨੀਵਰਸਿਟੀ ਹੈ ਜੀ, ਵੈਂਡਰਬਿਲਟ ਯੂਨੀਵਰਸਿਟੀ ਹੈ ਟੈਨੇਸੀ ਸੂਬੇ ਦੇ ਵਿੱਚ। ਇੱਥੋਂ ਦੇ ਮਾਹਰਾਂ ਨੇ ਕਿਹਾ ਕਿ ਮਨੁੱਖੀ ਇਤਿਹਾਸ ਦੇ ਵਿੱਚ ਸਭ ਤੋਂ ਮੁਸ਼ਕਲ ਵੈਕਸੀਨੇਸ਼ਨ ਹੋਊਗਾ ਜਿਹੜਾ ਕੋਰੋਨਾ ਵਾਇਰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ, ਜਦੋਂ ਪ੍ਰੋਪਰ ਤਰੀਕੇ ਨਾਲ
ਦਵਾਈਆਂ ਬਾਜ਼ਾਰ ਦੇ ਵਿੱਚ ਆ ਜਾਣਗੀਆਂ। ਹਾਲਾਂਕਿ ਹੁਣ ਤੱਕ ਇੱਕਾ ਦੁੱਕਾ ਜ਼ਰੂਰ ਮਾਮਲੇ ਸਾਹਮਣੇ ਆਏ ਨੇ, ਜਿਵੇਂ ਰੂਸ ਕਹਿੰਦਾ ਹੈ ਤੇ ਇੱਥੇ ਇੰਡੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਕੁਝ ਕਹਿ ਰਹੇ ਨੇ ਕਿ ਜੀ ਅਸੀਂ ਦਵਾਈ ਤਿਆਰ ਕਰ ਲਈ ਹੈ। ਵੱਖ-ਵੱਖ ਕੰਪਨੀਆਂ ਨੇ ਦਵਾਈਆਂ ਪੇਸ਼ ਕੀਤੀਆਂ ਨੇ ਕਿ ਆਹ ਇੰਨੀ ਕੀਮਤ ਦੀ, ਆਹ ਇੰਨੀ ਕੀਮਤ ਦੀ। ਪਰ ਫਿਰ ਵੀ ਜੇ ਆਪਾਂ ਵੈਂਡਰਬਿਲਟ ਯੂਨੀਵਰਸਿਟੀ ਦੀ ਹੈਲਥ ਪਾਲਿਸੀ ਪ੍ਰੋਫੈਸਰ ਹੈ ਡਾਕਟਰ ਕੈਲੀ ਮੂਰ, ਉਹਨਾਂ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਇੰਨੀ ਸੌਖੀ ਨਹੀਂ ਹੋਊਗੀ। ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ, ਇਸ ਤੋਂ ਪੂਰੀ ਤਰ੍ਹਾਂ ਸਰੀਰ ਨੂੰ ਇਮਿਊਨ ਕਰਨ ਵਾਸਤੇ ਘੱਟੋ ਘੱਟ 2 ਖੁਰਾਕਾਂ ਦੀ ਜ਼ਰੂਰਤ ਪਊਗੀ। ਇੱਕ ਖੁਰਾਕ ਨਾਲ ਕੰਮ ਨਹੀਂ ਚੱਲਣਾ ਹੈ ਵੀ ਇੱਕ ਡੋਜ਼ ਦੇਤੀ ਬੰਦੇ ਨੂੰ ਤੇ ਉਹ 3 ਜਾਂ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ ਇਮਿਊਨ ਹੋ ਗਿਆ ਵਾਇਰਸ ਤੋਂ। ਉਹ ਕਹਿੰਦੇ ਘੱਟੋ ਘੱਟ 2 ਡੋਜ਼ ਚਾਹੀਦੀਆਂ ਨੇ ਇੱਕ ਬੰਦੇ ਵਾਸਤੇ। ਤੇ ਆਪਾਂ ਜੇ ਅੰਦਾਜ਼ਾ ਲਾ ਕੇ ਚੱਲੀਏ 800 ਕਰੋੜ ਲੋਕ ਦੁਨੀਆ ਦੇ ਵਿੱਚ ਹੈਗੇ ਨੇ ਤਾਂ 1600 ਕਰੋੜ ਆਪਾਂ ਕਹਿ ਸਕਦੇ ਹਾਂ ਕਿ ਡੋਜ਼ ਚਾਹੀਦੀਆਂ ਨੇ। ਔਰ ਇਸ ਤੋਂ ਇਲਾਵਾ ਵੀ ਮਤਲਬ ਫਿਰ ਵੀ ਤੁਹਾਨੂੰ ਜਿਹੜੀਆਂ ਸਟਾਕ ਦੇ ਵਿੱਚ ਵੀ ਰਹਿਣੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਐਮਰਜੈਂਸੀ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਮਤਲਬ ਇੰਨੀਆਂ ਡੋਜ਼ ਉਹਨਾਂ ਨੇ ਕਿਹਾ ਹੈ ਕਿ ਜ਼ਰੂਰੀ ਨੇ। ਚਾਹੇ ਅਮਰੀਕਾ ਦੀਆਂ ਕਈ ਕੰਪਨੀਆਂ, ਮੋਡਰਨਾ ਹੈ, ਫਾਈਜ਼ਰ ਹੈ, ਹੋਰ ਜਿਹੜੀਆਂ ਕੰਪਨੀਜ਼ ਇਸ ਪਾਸੇ ਯਤਨ ਕਰ ਰਹੀਆਂ ਨੇ, ਪਰ ਉਹਨਾਂ ਨੇ ਸਵਾਲ ਉਠਾਇਆ ਕਿ ਕੀ ਇੰਨੀ ਮਾਤਰਾ ਦੇ ਵਿੱਚ ਡੋਜ਼ਸ ਤਿਆਰ ਕੀਤੀਆਂ ਜਾ ਰਹੀਆਂ ਨੇ, ਖੁਰਾਕਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿ ਅਮਰੀਕਾ ਆਪਣੀ ਜ਼ਰੂਰਤ ਤੋਂ ਬਾਅਦ ਬਾਕੀ ਮੁਲਕਾਂ ਨੂੰ ਭੇਜ ਸਕੇ, ਬਾਕੀ ਮੁਲਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਕੀ ਇਸ ਇੰਨੀ ਮਾਤਰਾ ਦੇ ਵਿੱਚ ਦਵਾਈ ਤਿਆਰ ਕਰਨ ਦੀ ਸਮਰੱਥਾ ਕੰਪਨੀਆਂ ਦੇ ਵਿੱਚ ਹੈ? ਦੱਸ ਦਈਏ ਦਰਸ਼ਕਾਂ ਨੂੰ ਕਿ ਜਿਹੜੀ ਵੈਕਸੀਨ ਨੂੰ ਮਾਰਕੀਟ ਵਿੱਚ ਲਿਆਉਣ ਤੇ ਜਿਹੜਾ ਵਾਰ ਸਪੀਡ, ਮਤਲਬ ਜੰਗੀ, ਆਪਾਂ ਜਦੋਂ ਇੱਕ ਤਰੀਕੇ ਨਾਲ ਜਦੋਂ ਜੰਗ ਲੱਗੀ ਹੁੰਦੀ ਹੈ ਤਾਂ ਉਦੋਂ ਜਿਸ ਤਰੀਕੇ ਨਾਲ ਕੰਮ ਹੁੰਦਾ ਹੈ, ਉਸ ਰਫ਼ਤਾਰ ਦੇ ਨਾਲ ਵੈਕਸੀਨ ਨੂੰ ਬਾਜ਼ਾਰ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਮਹਾਮਾਰੀ ਨੂੰ ਖਤਮ ਕੀਤਾ ਜਾ ਸਕੇ ਤੇ ਜਿਹੜਾ ਜਾਨੀ ਨੁਕਸਾਨ ਹੈ ਉਹ ਰੋਕਿਆ ਜਾ ਸਕੇ। ਕਿਉਂਕਿ ਤਕਰੀਬਨ ਹੁਣ 2 ਲੱਖ ਦੇ ਨੇੜੇ ਪਹੁੰਚ ਗਈਆਂ ਨੇ ਇਕੱਲੇ ਅਮਰੀਕਾ ਦੇ ਵਿੱਚ ਮੌਤਾਂ। ਬਾਕੀ ਦੁਨੀਆ ਆਪਾਂ ਜੇ ਛੱਡ ਦਈਏ, ਦੁਨੀਆ ਦੇ ਵਿੱਚ 8.5 ਲੱਖ ਤੋਂ ਅੰਕੜਾ ਟੱਪ ਚੁੱਕਿਆ ਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਮੋਡਰਨਾ ਤੇ ਫਾਈਜ਼ਰ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਫੇਜ਼ 3 ਦੇ ਵਿੱਚ ਚੱਲ ਰਿਹਾ, ਉਹਨਾਂ ਦਾ ਫੇਜ਼ 3 ਟ੍ਰਾਇਲ ਚੱਲ ਰਿਹਾ ਹੈ। 30,000 ਤੋਂ ਵੱਧ ਵਲੰਟੀਅਰਸ ਦੇ ਉੱਪਰ ਇਹਨਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਤੇ 1-2 ਵਾਰ ਹੋਰ ਵਰਤੋਂ ਕਰਨ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਫਿਰ ਇਹ ਜਿਹੜੀ ਦਵਾਈ ਦੋਹਾਂ ਕੰਪਨੀਆਂ ਦੀ ਬਾਜ਼ਾਰ ਦੇ ਵਿੱਚ ਆ ਸਕਦੀ ਹੈ। ਪਰ ਫਿਰ ਵੀ ਆਪਾਂ ਵੈਂਡਰਬਿਲਟ ਯੂਨੀਵਰਸਿਟੀ ਟੈਨੇਸੀ ਦੀ ਹੈ ਜਿਹੜੀ, ਉੱਥੋਂ ਦੀ ਡਾਕਟਰ ਕੈਲੀ ਮੂਰ ਦੇ ਜਿਹੜੀ ਚੇਤਾਵਨੀ ਕਹਿ ਲਓ, ਇੱਕ ਤਰ੍ਹਾਂ ਦਾ ਸੁਚੇਤ ਕਰਨਾ ਕਹਿ ਲਓ ਕਿ ਇੰਨਾ ਸੌਖਾ ਨਹੀਂ ਹੋਊਗਾ ਇਹ ਵੈਕਸੀਨੇਸ਼ਨ ਦਾ ਪ੍ਰੋਗਰਾਮ। ਜਿਵੇਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਦੁਨੀਆ ਦੇ ਵਿੱਚੋਂ ਪੋਲੀਓ ਖਤਮ ਕਰਨ ਵਾਸਤੇ ਕੀਤਾ ਗਿਆ, TB ਆਪਾਂ ਹੋਰ ਜਿਹੜਾ BCG ਦਾ ਜਿਹੜਾ ਟੀਕਾ ਤਿਆਰ ਕੀਤਾ ਗਿਆ, ਉਹ ਹਾਲਾਂਕਿ ਬੱਚਿਆਂ ਨੂੰ ਸ਼ੁਰੂਆਤ ਦੇ ਵਿੱਚ ਹੀ ਲਾ ਦਿੱਤਾ ਜਾਂਦਾ, ਇਸ ਕਰਕੇ ਉਹ ਥੋੜਾ ਜਿਹਾ ਸੌਖਾ ਸੀ, ਇੰਨਾ ਸੌਖਾ ਵੀ ਨਹੀਂ ਸੀ। ਪਰ ਫਿਰ ਵੀ ਜਿਹੜਾ ਹੁਣ ਵੈਕਸੀਨੇਸ਼ਨ ਹੈਗੀ ਕਾਫੀ ਮੁਸ਼ਕਲ ਤਰੀਕੇ ਦੇ ਨਾਲ ਸਿਰੇ ਚੜੂਗੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਵੈਕਸੀਨੇਟ ਕੀਤੇ ਬਿਨਾ ਬਿਮਾਰੀ ਨੂੰ ਠੱਲ ਨਹੀਂ ਪਾਈ ਜਾ ਸਕਣੀ। ਇਹ ਵੀ ਸਭ ਤੋਂ ਵੱਡਾ ਨੁਕਤਾ ਹੈ ਕਿ ਜੇ ਆਪਾਂ ਮੰਨ ਲਿਆ ਜਾਵੇ ਕਿ ਭਾਰਤ ਦੇ ਵਿੱਚ ਬਿਮਾਰੀ ਕੰਟਰੋਲ ਹੋ ਜਾਂਦੀ ਹੈ ਪਰ ਬੰਗਲਾਦੇਸ਼ ਦੇ ਵਿੱਚ ਕੰਟਰੋਲ ਨਹੀਂ ਹੁੰਦੀ ਤਾਂ ਇਹਦੇ ਨਾਲ ਦੁਬਾਰਾ ਜਿਹੜਾ ਵਾਇਰਸ ਸਿਰ ਚੱਕ ਲੂਗਾ, ਦੁਬਾਰਾ ਇਹ ਫੈਲਣ ਦਾ ਖਤਰਾ ਬਣਿਆ ਰਹੂਗਾ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਪੈਦਾ ਇਹ ਚਾਈਨਾ ਦੇ ਵਿੱਚ ਹੋਇਆ ਸੀ ਪਰ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਜੀ ਗੱਲ ਜਿਹੜੀ ਤੁਸੀਂ ਆ ਕਰਕੇ ਹਟੇ ਹੋ ਨਾ, ਇਹ ਆਪਾਂ ਜੇ ਸੋਚਿਆ ਜਾਵੇ ਤਾਂ ਬਹੁਤ ਹੀ ਗੰਭੀਰ ਹੈਗੀ ਹੈ। ਬਾਕੀ ਹੁਣ ਮੰਨ ਲਓ ਅਮਰੀਕਾ ਨੇ ਰੋਕ ਲਿਆ, ਸਹੀ ਗੱਲ ਹੈ, ਵੱਡਿਆਂ ਦੇਸ਼ਾਂ ਨੇ ਰੋਕ ਲਿਆ, ਕੈਨੇਡਾ ਨੇ ਰੋਕ ਲਿਆ, ਪਰ ਜਿਹੜੇ ਮਾੜੇ ਮੋਟੇ ਗਰੀਬ ਰਹਿ ਗਏ, ਜੇ ਉੱਥੇ ਸਹੀ ਗੱਲ ਹੈ ਜੇ ਇਨਫੈਕਸ਼ਨ ਨਾ ਰੁਕਿਆ ਫਿਰ ਇਹਦਾ ਹੱਲ ਕੀ ਹੈ ਜੀ? ਵੈਕਸੀਨੇਸ਼ਨ ਉੱਥੇ ਫ੍ਰੀ ਪਹੁੰਚਾਉਣ ਦਵਾਈ। ਉਹੀ ਜਿਹੜੀ ਡਾਕਟਰ ਕੈਲੀ ਮੂਰ ਉਹੀ ਸਵਾਲ ਉਠਾ ਰਹੇ ਨੇ ਕਿ ਇਹ ਵੈਕਸੀਨੇਸ਼ਨ ਅਸਰਦਾਰ ਤਰੀਕੇ ਨਾਲ ਹੋਣਾ ਚਾਹੀਦਾ, ਪੂਰਾ ਯੋਜਨਾਬੱਧ ਤਰੀਕੇ ਨਾਲ ਕਿ ਹਰ ਦੁਨੀਆ ਦੇ ਹਰ ਕੋਨੇ ਤੱਕ ਵੈਕਸੀਨੇਸ਼ਨ ਹੈ ਜਿਹੜੀ ਦਵਾਈ ਹੈ, ਖੁਰਾਕ ਹੈ, ਉਹ ਪਹੁੰਚ ਸਕੇ। ਜੀ ਜੀ ਬਿਲਕੁਲ ਜੀ, ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਬੋਲਦਾ ਸੀਗਾ ਜੀ। ਜੀ ਜੀ, ਸਵਾਗਤ ਹੈ ਜੀ। ਬ੍ਰੈਂਪ ਤੋਂ ਬੋਲਦਾ ਸੀਗਾ ਵੀਰ ਜੀ, ਤੁਹਾਡੀ ਆਵਾਜ਼ ਬਿਲਕੁਲ ਸਹੀ ਨਹੀਂ ਆ ਰਹੀ ਹੈਗੀ ਨਾ, ਟੀਵੀ ਤੇ ਫੋਨ ਤੇ ਸਹੀ ਹੈ। ਅੱਛਾ, ਟੀਵੀ ਤੇ ਰੁਕ ਕੇ ਆ ਰਹੀ ਹੈ ਜਾਂ ਕਿਵੇਂ ਡਬਲ ਆ ਰਹੀ ਹੈ? ਹਾਂ, ਰੁਕ ਕੇ ਆ ਰਹੀ, ਰੁਕ ਕੇ ਆ ਰਹੀ ਹੈਗੀ ਹੈ। ਤੁਸੀਂ ਪਹਿਲਾਂ ਤਾਂ ਜੀ ਆਪਣਾ ਚੈਨਲ ਚੇਂਜ ਕਰਕੇ ਦੇਖ ਲਓ, 1-2 ਵਾਰ ਕਿਸੇ ਹੋਰ ਚੈਨਲ ਤੇ ਜਾ ਕੇ ਦੁਬਾਰਾ ਹਮਦਰਦ ਟੀਵੀ ਤੇ ਆ ਕੇ ਚੈੱਕ ਕੀਤਾ ਜੀ ਤੁਸੀਂ? ਤੁਸੀਂ ਇੱਕ ਫੋਨ ਨੰਬਰ ਨੋਟ ਕਰ ਲਓ ਜੀ ਫਿਰ। ਹਾਂਜੀ 604 807 8610। हाँ 807 8610।
601 ਹਾਂਜੀ ਪੰਜਾਬੀ ਚ ਵੀ 604 807 8610। ਠੀਕ ਹੈ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਉਪਜੀਤ ਜੀ, ਅੱਛਾ ਅਗਲੇ ਪਾਸੇ ਨੂੰ ਉਹ ਗੱਲ ਉੱਥੋਂ ਹੀ ਤੋਰੋ ਜੀ। ਬਿਲਕੁਲ ਹਾਂ, ਇਹ ਜਿਹੜੀ ਵੈਕਸੀਨੇਸ਼ਨ ਦਾ ਉਹਨਾਂ ਨੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ ਤੁਸੀਂ ਦਵਾਈਆਂ ਤਿਆਰ ਕਰ ਰਹੇ ਹੋ, ਵੈਰੀ ਗੁੱਡ, ਚੰਗੀ ਗੱਲ ਹੈ। ਅਮਰੀਕਾ ਦੀਆਂ ਜਿਹੜੀਆਂ ਤਕੜੀਆਂ ਕੰਪਨੀਆਂ ਨੇ ਵਧੀਆ ਅਸਰਦਾਰ ਦਵਾਈ ਵੀ ਤਿਆਰ ਕਰ ਲੈਣਗੀਆਂ, ਕਹਿੰਦੇ ਮੰਨ ਕੇ ਚੱਲਦੇ ਹਾਂ। ਇਹ ਗੱਲਾਂ ਆਪਾਂ ਬਾਅਦ ਦੇ ਵਿੱਚ ਸੋਚਾਂਗੇ ਕਿ ਇਹ ਅਸਰਦਾਰ ਕਿੰਨੀਆਂ ਸਾਬਤ ਹੁੰਦੀਆਂ ਨੇ, ਪਰ ਵੈਕਸੀਨ ਇੱਕ ਜਿਹੜੀ ਦਵਾਈ ਤਿਆਰ ਕੀਤੀ ਜਾਣੀ ਹੈ ਉਹ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣੀ ਹੈ, ਇਸ ਗੱਲ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਦਵਾਈ ਨਾ ਪਹੁੰਚਣ ਕਾਰਨ ਜਾਂ ਕੋਈ ਹੋਰ ਕਾਰਨਾਂ ਕਰਕੇ ਵਾਇਰਸ ਰਹਿ ਜਾਂਦਾ ਹੈ ਜਾਂ ਇਮਿਊਨਿਟੀ ਲੋਕਾਂ ਦੇ ਵਿੱਚ ਪੈਦਾ ਨਹੀਂ ਕੀਤੀ ਜਾ ਸਕਦੀ ਜਾਂ ਕੋਈ ਹੋਰ ਕਾਰਨ ਬਣਦੇ ਨੇ, ਤਾਂ ਫਿਰ ਇਹ ਦਵਾਈਆਂ ਬੇਕਾਰ ਸਾਬਤ ਹੋ ਜਾਣਗੀਆਂ ਜਿਹੜੇ ਅਰਬਾਂ ਡਾਲਰ ਖਰਚ ਕੀਤੇ ਜਾ ਰਹੇ ਨੇ। ਬਿਲਕੁਲ ਜ਼ੀਰੋ ਹੋ ਜਾਊਗਾ ਸਾਰਾ ਕੁਝ। ਇਸ ਕਰਕੇ ਇਸ ਪਾਸੇ ਜੇ ਆਪਾਂ ਇਹ ਕਹਿ ਲਿਆ ਅਮਰੀਕਾ ਦੀਆਂ ਕੰਪਨੀਆਂ ਆਪਣੇ ਹਿੱਤ ਦੇਖਦੀਆਂ ਨੇ, ਠੀਕ ਹੈ, ਉਹਨਾਂ ਨੂੰ ਦੇਖਣੇ ਵੀ ਚਾਹੀਦੇ ਨੇ। ਕਾਰਪੋਰੇਟ ਜਗਤ ਆ, ਉਹਨਾਂ ਨੇ ਸਭ ਤੋਂ ਪਹਿਲਾਂ ਪੈਸਾ ਦੇਖਣਾ ਹੁੰਦਾ, ਪਰ ਇਹ ਨਾ ਭੁੱਲਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਰ ਥਾਂ ਤੇ ਹਰ ਮੁਲਕ ਦੇ ਵਿੱਚ ਦਵਾਈ ਨਾ ਪਹੁੰਚੀ ਤੇ ਦੁਬਾਰਾ ਇਹ ਜਿਹੜਾ ਸਮੱਸਿਆ ਕ੍ਰੀਏਟ ਹੋ ਸਕਦੀ ਹੈ। ਇਸ ਵਾਸਤੇ ਪ੍ਰਸ਼ਾਸਨਿਕ ਤੰਤਰ ਨੇ ਜਿਹੜੇ ਅਮਰੀਕਾ ਦੀ ਸਰਕਾਰ ਹੈ ਜਾਂ ਜਿਹੜੇ ਵੱਡੇ ਮੁਲਕ ਨੇ, ਯੂਰਪੀ ਮੁਲਕਾਂ ਦੀਆਂ ਸਰਕਾਰਾਂ ਨੇ ਜਾਂ ਹੋਰ, ਇਹਨਾਂ ਨੂੰ ਜਿਹੜਾ ਧਿਆਨ ਦੇਣਾ ਹੋਊਗਾ ਕਿ ਜਿਹੜੀ ਵੈਕਸੀਨੇਸ਼ਨ ਹੈ ਪੂਰੇ ਅਸਰਦਾਰ ਤਰੀਕੇ ਨਾਲ ਹੋਵੇ। ਜੀ ਬਿਲਕੁਲ। ਉਪਜੀਤ ਜੀ, ਆਪਾਂ ਅਗਲੇ ਪਾਸੇ ਨੂੰ ਵਧੀਆ, ਉਦੋਂ ਪਹਿਲਾਂ ਕਾਲਰ ਲਾਈਨ ਤੇ ਆ ਗਏ ਆਪਣੇ ਨਾਲ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਮੈਂ ਬੱਲੀ ਬੋਲਦਾ ਵੀਰ। ਹਾਂਜੀ ਸਵਾਗਤ ਹੈ ਜੀ। ਸਵਾਗਤ ਹੈ ਜੀ। ਥੈਂਕ ਯੂ ਭਾਈ, ਥੈਂਕ ਯੂ ਜੀ। ਰੱਖੋ ਗੱਲ ਜੀ ਆਪਣੀ। ਮੈਂ ਦੂਜਾ ਨਿਆਣੇ ਦਾ ਪੁੱਛਣਾ ਸੀ, ਆ ਜਿਹੜਾ ਆਪਣੇ ਤਾਨ ਕੁੜੀ ਔੜੀ ਜਾਂਦੀ ਹੈ ਕਿੱਥੇ ਦੇ ਆਪਣੇ? ਇਹ ਤਾਇਵਾਨ ਦੀ ਹੈ। ਹਾਂਜੀ, ਤਾਇਵਾਨ 'ਚ ਪਤੰਗ ਮੇਲਾ ਚੱਲ ਰਿਹਾ ਸੀ ਜੀ, ਜਿੱਥੇ ਇਹ ਬੱਚੀ ਦਾ ਪੈਰ ਤਾਇਵਾਨ ਦੀ ਹੈ। ਉਹ ਠੀਕ ਹੈ, ਠੀਕ ਹੈ ਜੀ ਜੀ ਜੀ। ਬਹੁਤ ਬਹੁਤ ਸ਼ੁਕਰੀਆ। ਆਪਣੇ ਆ ਵੀ ਬਿਲਕੁਲ ਜੀ, ਵਧੀਆ ਕੀਤਾ। ਕੁੜੀ ਨੇ ਜਿਹੜਾ ਮੁੰਡੇ ਨੂੰ ਫੜ ਕੇ ਆਪਣੇ ਦੁਆ ਖਿੱਚ ਲਿਆ ਫੜ ਕੇ, ਵੀ ਗੁੱਡ ਕੰਮ ਕੀਤਾ। ਜੀ ਜੀ ਬਿਲਕੁਲ ਜੀ। ਇਹ ਜਲੰਧਰ ਦੀ ਘਟਨਾ ਹੈ। ਸੁਭਜੀਤ ਜੀ, ਆਪਾਂ ਅਗਲੇ ਪਾਸੇ ਨੂੰ ਵਧੀਏ, ਗੱਲ ਕਰੀਏ ਕੈਨੇਡਾ ਦੀ। ਉੱਥੇ ਕਹਿੰਦੇ ਆ ਕਿ ਜਿਹੜੇ ਸੜਕਾਂ ਤੇ ਸਪੀਡ ਰਡਾਰ ਜਿਹੜੇ ਕੈਮਰੇ ਆ ਬਿਲਕੁਲ ਉਹ ਲਾ ਦਿੱਤੇ ਗਏ ਸੀ, ਤੇ ਉਦੋਂ ਬਾਅਦ ਕਹਿੰਦੇ ਆ ਵੀ ਕੋਈ ਬਾਈ ਆਇਆ ਤੇ ਉਹਨੇ ਚੱਕ ਕੇ ਕਿਸੇ ਦੇ ਉੱਤੇ ਕਾਲ ਸਪੋਕਤੀ ਤੇ ਕਿਸੇ ਨੂੰ ਚੱਕ ਕੇ ਸੜਕ ਤੇ ਸਿੱਟਦਾ ਜੀ। ਇਹ ਕੀ ਗੱਲ ਬਣੀ? ਦੇਖੋ, ਟੋਰਾਂਟੋ ਦੇ ਵਿੱਚ ਸ਼ੁਰੂ ਹੋਇਆ ਪ੍ਰੋਗਰਾਮ। ਆਪਾਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਕਿਹੜੇ ਬੰਦਿਆਂ ਨੂੰ ਕਿੰਨੀ ਸਪੀਡ ਵੱਧ ਕਰਨ ਤੇ ਕਿੰਨਾ ਜੁਰਮਾਨਾ ਹੋਊਗਾ। ਹੁਣ ਅੱਗੇ ਜਿਹੜੇ ਇੱਕ ਪੰਜਾਬੀ ਵੀਰ ਨੇ ਇਹ ਤਸਵੀਰ ਜਿਹੜੀ ਸਾਂਝੀ ਕੀਤੀ ਹੈ, ਜਿਹੜੀ ਤੁਸੀਂ ਸਕਰੀਨ ਦੇ ਪਿਛਲੇ ਪਾਸੇ ਦੇਖ ਸਕਦੇ ਹੋ, ਵਿੱਚ ਆਉਂਦੀ ਹੈਗੀ। ਉਹਦੇ ਵਿੱਚ ਖਾਸ ਤੌਰ ਤੇ ਟਿੱਪਣੀ ਕੀਤੀ ਗਈ ਹੈ ਕਿ ਆਪਣੇ ਜਿਹੜੇ ਗਲਤ ਹਰਕਤਾਂ ਦੇ ਨਾਲ ਪੂਰੇ ਭਾਈਚਾਰੇ ਦਾ ਬਦਨਾਮ ਨਾ ਕਰੋ। ਇਹ ਆਪਾਂ ਸਮਝ ਸਕਦੇ ਹਾਂ ਕਿ ਕਿਹੜੇ ਪਾਸੇ ਨੂੰ ਗੱਲ ਕੀਤੀ ਗਈ ਹੈ। ਇਹ ਬਰੈਂਪਟਨ ਦੀ ਹੈ ਜੀ। ਬਰੈਂਪਟਨ ਦੀ ਚੈਰਿਟੀ ਡਰਾਈਵ ਤੇ ਰੇ ਲੌਸਨ ਬੁਲੇਵਾਰਡ ਦੇ ਇਲਾਕੇ ਦੇ ਵਿੱਚ ਫੋਟੋ ਰਡਾਰ ਕੈਮਰਾ, ਜਿਹੜਾ ਸਪੀਡ ਡਿਟੈਕਟਿੰਗ ਕੈਮਰਾ ਕਹਿ ਸਕਦੇ ਆਪਾਂ, ਗੱਡੀਆਂ ਦੀ ਚੈੱਕ ਕਰਨ ਵਾਸਤੇ ਲਾਇਆ ਗਿਆ, ਤੇ ਉਹਦੇ ਉੱਤੇ ਹੁਣ ਕਿਸੇ ਨੇ ਕਾਲਾ ਪੇਂਟ ਫੇਰਤਾ ਜਾਂ ਚੱਕ ਕੇ ਵੀ ਆਪਾਂ ਦੇਖ ਸਕਦੇ ਹਾਂ। ਬਿਲਕੁਲ ਹਾਂ, ਇਹ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਚੀਜ਼ ਹੈਗੀ ਉਸ ਚੀਜ਼ ਨੂੰ ਤੋੜਿਆ ਗਿਆ। ਉਹ ਖਾਸ ਤੌਰ ਤੇ ਜਿਹੜੇ ਰਫਤਾਰ ਤੋਂ ਵੱਧ ਡਰਾਈਵਰ ਚਲਾਉਂਦੇ ਨੇ ਗੱਡੀ, ਉਹਨਾਂ ਨੇ ਆਪਣਾ ਬਚਾਅ ਕਰਨ ਵਾਸਤੇ ਜਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਕਾਰਵਾਈ ਕੀਤੀ ਲੱਗਦੀ ਹੈ, ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਓਵਰ ਸਪੀਡ ਡਰਾਈਵਰਸ ਨੇ ਉਹਨਾਂ ਨੂੰ ਕਾਬੂ ਕਰਨ ਲਈ, ਉਹਨਾਂ ਨੂੰ ਜੁਰਮਾਨੇ ਕਰਨ ਲਈ ਇੱਕ ਉਪਰਾਲਾ ਕੀਤਾ ਗਿਆ। ਪਰ ਦੂਜੇ ਪਾਸੇ ਜਿਹੜੇ ਓਵਰ ਸਪੀਡ ਚੱਲਦੇ ਨੇ ਜਾਂ ਇਹਨਾਂ ਚੀਜ਼ਾਂ ਤੋਂ ਤੰਗ ਨੇ, ਉਹ ਅਜਿਹੀਆਂ ਹਰਕਤਾਂ ਕਰ ਰਹੇ ਨੇ ਜੋ ਸ਼ਰਮਨਾਕ ਹੈ, ਕਿਉਂਕਿ ਪੂਰੇ ਭਾਈਚਾਰੇ ਨੂੰ ਇਸ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਰੈਂਪਟਨ ਦੇ ਵਿੱਚ ਇੱਕ ਸ਼ਖਸ ਨੇ ਇਹ ਫੋਟੋ ਖਿੱਚ ਕੇ ਫੇਸਬੁੱਕ ਤੇ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਫੋਟੋ ਰਡਾਰ ਕੈਮਰੇ ਨੇ ਜਾਂ ਸਪੀਡ ਡਿਟੈਕਟਿੰਗ ਕੈਮਰੇ ਨੇ ਜਿਹੜੇ ਓਵਰ ਸਪੀਡ ਡਰਾਈਵਰਾਂ ਨੂੰ ਕਾਬੂ ਕਰਨ ਵਾਸਤੇ, ਉਹਨਾਂ ਨੂੰ ਜੁਰਮਾਨੇ ਕਰਨ ਵਾਸਤੇ ਲਾਏ ਗਏ ਨੇ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਹਾਲਾਂਕਿ ਹਲੇ ਸਿਰਫ 5 ਥਾਵਾਂ ਤੇ ਕੈਮਰੇ ਲੱਗੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਥਾਵਾਂ ਤੇ ਲੱਗਣੇ ਨੇ, ਤੇ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਸੋਝੀ ਆਊਗੀ, ਇਹ ਕਿਉਂਕਿ ਲੋਕਾਂ ਨੂੰ ਸਪੀਡ ਦੇ ਅੰਡਰ ਸਪੀਡ ਚੱਲਣ ਵਾਸਤੇ
ਵਾਸਤੇ ਲਾਏ ਗਏ ਨੇ ਤਾਂ ਕਿ ਉਹ ਓਵਰ ਸਪੀਡ ਨਾ ਜਾਣ। ਤੁਹਾਨੂੰ ਲੱਗਦਾ ਕਿ ਅਭਿਜੀਤ ਜੀ ਲੱਗਦਾ ਕਿ ਸੋਝੀ ਐ ਛੇਤੀ ਆ ਜਾਊਗੀ, ਜਾਂ ਬੰਦਾ ਕੋਈ ਪੁਲਿਸ ਵਾਲਾ ਕਹੂਗਾ ਸਿਰ ਤੇ ਹੱਥ ਮਾਰੂਗਾ ਉਹਦੇ ਪਲੋਸ 'ਚ ਕਹੂਗਾ ਕਿ ਨਾ ਵੀਰ ਨਾ ਅੱਗੇ ਤੋਂ ਤੁਸੀਂ ਇਹ ਕੰਮ ਨਹੀਂ ਕਰਨਾ ਗਾ, ਦੇਖੋ ਤੁਸੀਂ ਸਾਡੇ ਦੇਸ਼ ਆਏ ਆ, ਬਹੁਤ ਵਧੀਆ ਦੇਸ਼ ਹੈ, ਤੁਸੀਂ ਹੈ ਨਾ ਥੋੜਾ ਜਿਹਾ ਕਾਇਦੇ ਕਾਨੂੰਨਾਂ ਚੱਲੋ। ਹੁਣ ਦੇਖੋ ਸਾਈਕਲ ਵਾਲੇ ਨੇ ਤਾਂ ਪੱਟ ਕੇ ਸਿੱਟੇ ਨਹੀਂ, ਪੱਟੂਗਾ ਤਾਂ ਉਹੀ ਜਿਹਦੇ ਕੋਲੇ ਮਹਿੰਗੀ ਗੱਡੀ ਹੈ, ਜਿਹੜਾ ਭਜਾਉਣ ਦਾ ਸ਼ੌਕੀਨ ਹੈਗਾ ਜੀ। ਸੋ ਆਪਾਂ ਬਰੈਂਪਟਨ ਦੇ ਵਿੱਚ ਜੇ ਇਹ ਘਟਨਾ ਕਰ ਰਹੇ ਉੱਥੇ ਥਾਂ ਤੇ ਇਹ ਜ਼ਰੂਰੀ ਨਹੀਂ ਇਹ ਹੁਣ ਨਾ ਫੜਿਆ ਜਾਊਗਾ ਥੋੜੇ ਟਾਈਮ ਬਾਅਦ, ਕਿਉਂਕਿ ਸੀਸੀਟੀਵੀ ਕੈਮਰੇ ਕਿਤੇ ਤਾਂ ਉਹ ਵਿੱਚ ਆਇਆ ਹੀ ਹੋਊਗਾ ਨਾ ਕਿਤੇ ਵੀ ਜਿਹੜਾ ਜਾ ਰਿਹਾ। ਸੋ ਅਭਿਜੀਤ ਜੀ ਫਿਰ ਉਹੀ ਗੱਲ ਹੈ ਕਿ ਆਪਾਂ ਨਹੀਂ ਸਮਝ ਰਹੇ, ਚਾਹੇ ਆਪਾਂ ਗੱਡੀ ਸੜਕ ਦੇ ਉੱਤੇ ਪੂਰਾ ਤੇਜ਼ ਨਾਲ ਸਪੀਡ ਕਰਕੇ ਉਹਦੇ ਟਾਇਰ ਦੇ ਵਿੱਚੋਂ ਧੂਆਂ ਕੱਢਣਾ ਹੁੰਦਾ ਹੈ, ਚਾਹੇ ਆਪਾਂ ਗੇੜੀ ਰੂਟ ਉੱਥੇ ਲਾਉਣਾ ਹੁੰਦਾ ਹੈ, ਕਿਤੇ ਨਾ ਕਿਤੇ ਆਪਾਂ ਦੱਸ ਦਿੰਦੇ ਆ ਕਿ ਹੁਣ ਅੱਜ 20 ਦਿਨ ਨਿਕਲ ਗਏ ਤੇ ਹੁਣ ਕੋਈ ਖੁਰਕ ਕਰੀਏ ਕਿਸੇ ਪਾਸੇ। ਬਿਲਕੁਲ ਇਹ ਲੱਗ ਰਿਹਾ ਹੈ। ਇਸ ਆਪਾਂ ਫੇਸਬੁੱਕ ਪੇਜ ਤੇ ਜਿਹੜੀ ਇੱਕ ਆਪਣੇ ਪੰਜਾਬੀ ਵੀਰ ਨੇ ਸਾਂਝੀ ਕੀਤੀ ਹੈ ਉਹਦੇ ਵਿੱਚ ਕਲੀਅਰ ਕੱਟ ਹੈ ਕਿ ਓਵਰ ਸਪੀਡ ਕੈਮਰੇ ਤੇ ਕਿਉਂ ਤੁਹਾਨੂੰ ਗੁੱਸਾ ਕਿਉਂ ਹੈ, ਇਹ ਤੁਹਾਨੂੰ ਕਹਿੰਦੇ ਕੀ ਨੇ। ਆਪਾਂ ਸਿੱਧਾ ਜਿਹਾ ਸਵਾਲ ਹੈ, ਇੱਕ ਸਾਈਡ ਤੇ ਸਪੀਡ ਡਿਟੈਕਟਿੰਗ ਕੈਮਰਾ ਲੱਗਿਆ ਹੋਇਆ, ਉਹ ਤੁਹਾਨੂੰ ਕਹਿੰਦਾ ਕੀ ਹੈ ਜੇ ਤੁਸੀਂ 50 ਦੀ ਸਪੀਡ ਉੱਥੇ ਤੈਅਸ਼ੁਦਾ ਇਲਾਕੇ ਦੇ ਵਿੱਚ ਹੈਗੀ ਹੈ ਜਾਂ 80 ਦੀ ਸਪੀਡ ਹੈ, ਜੋ ਤੁਹਾਡੀ ਜਿੱਥੇ ਤੁਸੀਂ ਜਾ ਰਹੇ ਹੋ ਜਿਹੜੀ ਸੜਕ ਤੇ ਉੱਥੇ ਜੋ ਸਪੀਡ ਹੈ ਤੁਸੀਂ ਉਸ ਮੁਤਾਬਕ ਚੱਲੋ, ਤੁਹਾਨੂੰ ਕੈਮਰਾ ਕੀ ਕਹਿ ਦੂਗਾ, ਗੋਲੀ ਤਾਂ ਨਹੀਂ ਮਾਰਨ ਲੱਗਿਆ ਉਹ ਤਾਂ ਸਿਰਫ ਤੁਹਾਡੀ ਉਹਨੇ ਸਪੀਡ ਦੇਖਣੀ ਹੈ ਕਿ ਕਿੰਨੇ ਤੇ ਜਾ ਰਿਹਾ। ਜੇ ਤੁਸੀਂ ਓਵਰ ਸਪੀਡ ਹੋ 5 ਤੋਂ 10 ਕਿਲੋਮੀਟਰ ਤੱਕ ਮਾਫ ਹੈ, ਜੇ ਤੁਸੀਂ 15 ਕਿਲੋਮੀਟਰ ਓਵਰ ਸਪੀਡ ਹੋ ਫਿਰ ਤੁਹਾਨੂੰ ਜੁਰਮਾਨਾ ਹੈ, ਫਿਰ ਸ਼ੁਰੂ ਹੋ ਜਾਂਦੇ ਨੇ ਜੁਰਮਾਨੇ। 5-10 ਕਿਲੋਮੀਟਰ ਦਾ ਕੋਈ ਫਰਕ ਵੀ ਨਹੀਂ ਪੈਂਦਾ। ਜੇ 50 ਕਿਲੋਮੀਟਰ ਦੀ ਏਰੀਆ ਹੈਗਾ ਉੱਥੇ ਤੁਸੀਂ 50 ਕਿਲੋਮੀਟਰ ਤੇ ਚੱਲਣਾ, ਤੁਸੀਂ 60 ਤੇ ਜਾਓਗੇ ਤੁਹਾਨੂੰ ਕੋਈ ਨਹੀਂ ਕੁਝ ਕਹੂਗਾ, ਕੋਈ ਤੁਹਾਨੂੰ ਜੁਰਮਾਨਾ ਨਹੀਂ ਹੋਊਗਾ। ਪਰ ਜੇ 65 ਤੇ ਜਾਓਗੇ ਫਿਰ ਤੁਸੀਂ ਜੁਰਮਾਨੇ ਦੇ ਹੱਕਦਾਰ ਜੀ। ਬਿਲਕੁਲ ਜੀ। ਚਲੋ ਜੀ ਪਾਕਿਸਤਾਨ ਦੀ ਗੱਲ ਕਰ ਲਈਏ ਜੀ। ਪਾਕਿਸਤਾਨ ਦੇ ਵਿੱਚ ਕੁਝ ਜਵਾਨ ਜਿਹੜੇ ਸੀਗੇ ਉਹ ਗਸ਼ਤ ਕਰ ਰਹੇ ਸੀਗੇ ਤੇ ਉਹਦੇ ਉੱਤੇ ਇੱਕ ਅੱਤਵਾਦੀਆਂ ਨੇ ਹਮਲਾ ਕਰਤਾ ਅਭਿਜੀਤ ਜੀ। 3 ਜਵਾਨ ਹੈ ਇਹਦੇ ਵਿੱਚ ਜਿਹੜੇ ਉਹ ਥਾਂ ਤੇ ਮਾਰੇ ਗਏ ਆ, ਕੁਝ ਜਿਹੜੇ ਹੈਗੇ ਆ ਸ਼ਹੀਦ ਹੋਏ ਆ। ਗਸ਼ਤ ਜਦੋਂ ਇਹ ਫੌਜੀ ਕਰ ਰਹੇ ਸੀਗੇ ਉਦੋਂ ਇੱਕ ਅੱਤਵਾਦੀਆਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ। ਇਹ 3 ਜਵਾਨ ਹੈ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਹੈ, ਸ਼ਹੀਦ ਹੋ ਗਏ ਆ, ਕੁਝ ਜ਼ਖਮੀ ਵੀ ਇਹਦੇ ਵਿੱਚ ਦੱਸੇ ਜਾ ਰਹੇ ਆ। ਇਹ ਪਾਕਿਸਤਾਨ ਦੇ ਜੀ ਖੈਬਰ ਪਖਤੂਨਖਵਾ ਜਿਹੜਾ ਸੂਬਾ ਹੈਗਾ ਉੱਥੇ ਅੱਤਵਾਦੀਆਂ ਨੇ ਇਹ ਹਮਲਾ ਕੀਤਾ ਤੇ ਗਸ਼ਤ ਜਿਹੜਾ ਕਰ ਰਹੇ ਸੀ ਅੰਨ੍ਹੇਵਾਹ ਉਹਨਾਂ ਦੇ ਉੱਤੇ ਅੱਤਵਾਦੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਦੱਸ ਦਈਏ ਕਿ ਅਫਗਾਨਿਸਤਾਨ ਦੇ ਨਾਲ ਲੱਗਦੇ ਇਸ ਇਲਾਕੇ ਦੇ ਵਿੱਚ ਜਿੱਥੇ ਇਹ ਜਵਾਨ ਗਸ਼ਤ ਕਰ ਰਹੇ ਸੀਗੇ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਅਲ-ਕਾਇਦਾ ਦਾ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਹੈਗਾ ਉੱਥੇ ਮੰਨਿਆ ਜਾ ਰਿਹਾ ਹੈ। ਫਿਲਹਾਲ ਹੁਣ ਤੱਕ ਕਿਸੇ ਵੀ ਅੱਤਵਾਦੀ ਜਮਾਤ ਨੇ ਇਸ ਦਾ ਜ਼ਿੰਮੇਵਾਰੀ ਨਹੀਂ ਲਈ ਹੈ ਕਿ ਅਸੀਂ ਇਹ ਹਮਲਾ ਕੀਤਾ ਹੈ। ਸੋ ਬਹੁਤ ਹੀ ਇੱਕ ਮੰਦਭਾਗਾ ਹਮਲਾ ਹੈਗਾ ਜੀ, ਕਿਉਂਕਿ ਮਾਵਾਂ ਦਾ ਪੁੱਤ ਚਾਹੇ ਇੱਧਰੋਂ ਸ਼ਹੀਦ ਹੋਵੇ ਚਾਹੇ ਉੱਧਰੋਂ ਹੋਵੇ ਜੀ, ਉਹਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸੋ ਅਭਿਜੀਤ ਜੀ ਇਹ ਇੱਕ ਅੱਤਵਾਦੀ ਹਮਲਾ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਪਾਕ ਦੀ ਸੈਨਾ ਦੇ ਉੱਤੇ ਖੈਬਰ ਪਖਤੂਨਖਵਾ ਜਿਹੜਾ ਸਟੇਟ ਹੈ ਇਲਾਕਾ ਹੈ ਪਾਕਿਸਤਾਨ ਦਾ, ਉਹ ਬਿਲਕੁਲ ਉੱਥੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹਿੰਸਕ ਵਾਰਦਾਤਾਂ ਕਾਫੀ ਹੁੰਦੀਆਂ ਰਹਿੰਦੀਆਂ ਨੇ। ਈਵਨ ਕਿ ਆਪਾਂ ਦੇਖ ਸਕਦੇ ਹਾਂ ਕਿ ਇੱਕ ਵਾਰੀ ਸਿੱਖ ਬੱਸ ਦੇ ਵਿੱਚ ਜਾ ਰਹੇ ਸੀ, ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਸਿੱਖਾਂ ਨਾਲ ਭਰੀ ਬੱਸ ਨੂੰ ਘੱਟ ਗਿਣਤੀਆਂ ਤੇ ਤਾਂ ਹਮਲੇ ਹੁੰਦੇ ਹੀ ਹੁੰਦੇ ਨੇ, ਸੁਰੱਖਿਆ ਬਲਾਂ ਤੇ ਵੀ ਹਮਲੇ ਹੁੰਦੇ ਨੇ। ਆਪਾਂ ਜਿਹੜਾ ਤੁਸੀਂ ਤਾਜ਼ਾ ਜਿਹੜੀ ਜਾਣਕਾਰੀ ਦੇ ਰਹੇ ਹੋ ਬਿਲਕੁਲ ਇਸ ਕਰਕੇ ਇਹ ਜਿਹੜੇ ਕੁਝ ਇਲਾਕੇ ਕਈ ਮੁਲਕਾਂ ਦੇ ਵਿੱਚ ਹੁੰਦੇ ਨੇ ਜਿੱਥੇ ਲਗਾਤਾਰ ਹਿੰਸਕ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਸੁਰੱਖਿਆ ਬਲਾਂ ਨੂੰ ਜਾਂ ਆਮ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਸ ਪਾਸੇ ਜਿਹੜਾ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਜਿਹੜੇ ਹੋਰ ਸੁਰੱਖਿਆ ਉਪਾਅ ਕਰਨੇ ਹੋਣਗੇ ਜੀ। ਬਿਲਕੁਲ। ਇੱਕ ਆਪਾਂ ਭਾਰਤ ਦੇ ਸਾਬਕਾ ਅਭਿਜੀਤ ਜੀ ਰਾਸ਼ਟਰਪਤੀ ਹੈ ਪ੍ਰਣਬ ਮੁਖਰਜੀ ਜੀ, ਉਹ ਹੁਣ ਨਹੀਂ ਰਹੇ ਜੀ। ਕਾਫੀ ਟਾਈਮ ਤੋਂ ਉਹ ਬਿਮਾਰ ਸੀਗੇ, ਇਲਾਜ ਵੀ ਹੋਇਆ, ਪਰ ਬੀਤੇ ਦਿਨੀ ਉਹ ਅਲਵਿਦਾ ਇਸ ਦੁਨੀਆ ਨੂੰ ਅਭਿਜੀਤ ਜੀ ਕਹਿ ਗਏ ਆ। ਪ੍ਰਣਬ ਮੁਖਰਜੀ ਜੀ ਆਪਾਂ ਗੱਲ ਕਰ ਰਹੇ ਹਾਂ। ਅਸਲ ਦੇ ਵਿੱਚ ਦਿਮਾਗ ਦੇ ਵਿੱਚ ਖੂਨ ਦੀ ਆਪਾਂ ਕਹਿ ਸਕਦੇ ਕਲੌਟ ਜੰਮ ਗਿਆ ਸੀਗਾ, ਖੂਨ ਦੀ ਗੰਢ ਕਹਿ ਸਕਦੇ ਹਾਂ। ਉਸ ਨੂੰ ਕੱਢਣ ਵਾਸਤੇ ਉਹਨਾਂ ਦੀ ਸਰਜਰੀ ਕੀਤੀ ਗਈ ਸੀ, ਪਰ ਇਸੇ ਦਰਮਿਆਨ ਇਹ ਵੀ ਰਿਪੋਰਟ ਆ ਗਈ ਕਿ ਉਹ ਕੋਰੋਨਾ ਵਾਇਰਸ ਪੋਜ਼ਿਟਿਵ ਨੇ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਹਾਲਤ ਵਿਗੜਦੀ ਚਲੀ ਗਈ। ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ, ਫਿਰ ਉਹ ਕੋਮਾ ਦੇ ਵਿੱਚ ਚਲੇ ਗਏ। ਫਿਰ ਜਿਹੜਾ ਲੰਗਸ ਦੇ ਇਨਫੈਕਸ਼ਨ ਹੈ ਆਪਾਂ ਕਹਿ ਸਕਦੇ ਹਾਂ ਫੇਫੜਿਆਂ ਦਾ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਿਆ ਔਰ ਉਸ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੂੰ ਰਿਵਾਈਵ ਨਹੀਂ ਕੀਤਾ ਜਾ ਸਕਿਆ। ਇਸ ਕਰਕੇ ਤੇ ਉਹ ਆਖਰਕਾਰ 31 ਅਗਸਤ ਨੂੰ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਆ ਗਏ ਜੀ। ਬਿਲਕੁਲ। ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਜੀ 7 ਦਿਨਾਂ ਦਾ ਜਿਹੜਾ ਸੋਗ ਰਹੂਗਾ। ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਵੀ ਇੱਕ ਜਿਹੜਾ ਆਪਾਂ ਅਭਿਜੀਤ ਜੀ ਕਹਿ ਸਕਦੇ ਹਾਂ ਕੋਈ ਮਨੋਰੰਜਨ ਵਾਲੀ ਕੋਈ ਗੱਲ ਨਹੀਂ ਹੋਊਗੀ। ਸੋ ਇਹੋ ਜਿਹਾ ਕੋਈ ਕਾਰਿਆਕਰਮ ਜਿਹੜਾ
ਪੰਜਾਬ ਦੇ ਵਿੱਚ ਜਿਹੜਾ ਕਿਤੇ ਵੀ ਉਹ ਨਹੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਹੋਊਗਾ 7 ਦਿਨਾਂ ਵਾਸਤੇ। ਅੱਗੇ ਵਧਦੇ ਹਾਂ ਜੀ, ਕੋਰੋਨਾ ਵਾਇਰਸ ਨਾਲ ਸੰਬੰਧਿਤ ਕਿ ਹੁਣ ਕੋਰੋਨਾ ਵਾਇਰਸ ਕਾਰਨ ਰੋਬੋਟਸ ਦੀ ਮੰਗ ਦੁਨੀਆ ਦੇ ਵਿੱਚ ਦੁੱਗਣੀ ਤਿੱਗਣੀ ਈਵਨ ਕਿ 5 ਗੁਣਾ, ਕਈ ਥਾਵਾਂ ਤੇ 10 ਗੁਣਾ, ਈਵਨ 15 ਗੁਣਾ ਤੱਕ ਵਧਣੀ ਸ਼ੁਰੂ ਹੋ ਗਈ ਹੈ। ਇਹ ਕਿਵੇਂ? ਖਾਸ ਤੌਰ ਤੇ ਸਾਫ਼ ਸਫਾਈ ਵਾਲੇ ਰੋਬੋਟਸ ਨੇ ਜਿਹੜੇ, ਈਵਨ ਕਿ ਮੈਕਡੋਨਲਡਸ ਵਰਗੀਆਂ ਕੰਪਨੀਆਂ ਜਾਂ ਵਾਲਮਾਰਟ ਵਰਗੀਆਂ ਕੰਪਨੀਆਂ ਰੋਬੋਟਸ ਖਰੀਦ ਰਹੀਆਂ ਨੇ, ਰੋਬੋਟਸ ਦੇ ਆਰਡਰ ਦੇ ਰਹੀਆਂ ਨੇ ਕਿ ਸਾਫ਼ ਸਫਾਈ ਵਾਸਤੇ ਜੋ ਸੈਨੀਟਾਈਜੇਸ਼ਨ ਕਰਨਾ ਹੈ, ਜੇ ਕਿ ਕੋਈ ਕਣ ਨਾ ਰਹਿ ਜੇ ਕਿਤੇ ਵਾਇਰਸ ਦਾ, ਉਹਨਾਂ ਵਾਸਤੇ ਰੋਬੋਟਸ ਦੀ ਵਰਤੋਂ ਕੀਤੀ ਜਾਵੇ। ਰੋਬੋਟਸ ਦੀ ਖਰੀਦ ਵੱਧ ਗਈ ਹੈ ਸਭ ਤੋਂ ਜ਼ਿਆਦਾ। ਦੱਸ ਦਿੰਦੇ ਆ ਕਿ ਵਿਕਰੀ ਕਿਵੇਂ ਵੱਧ ਰਹੀ ਹੈ। ਮੈਕਡੋਨਲਡ ਤੇ ਵਾਲਮਾਰਟ ਦਾ ਤਾਂ ਆਪਾਂ ਜ਼ਿਕਰ ਕੀਤਾ ਹੀ ਕੀਤਾ ਹੈ। ਬਾਕੀ ਵੀ ਦੁਨੀਆ ਦੀਆਂ ਜਿਹੜੀਆਂ ਫੋਰਡ ਜਿਹੜੀ ਕਾਰ ਤਿਆਰ ਕਰਨ ਵਾਲੀ ਕੰਪਨੀ ਹੈ, ਕਾਰ ਮੇਕਰ ਕੰਪਨੀ ਹੈ, ਫੋਰਡ ਵੱਲੋਂ ਵੀ ਆਪਣੇ ਪਲਾਂਟਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਰੋਬੋਟਸ ਤਾਇਨਾਤ ਕੀਤੇ ਜਾ ਰਹੇ ਨੇ ਸਾਫ਼ ਸਫਾਈ ਵਾਸਤੇ ਤੇ ਹੋਰ ਜਿਹੜੀਆਂ ਚੀਜ਼ਾਂ ਵਾਇਰਸ ਤੋਂ ਬਚਾਅ ਵਾਸਤੇ ਲੋੜੀਂਦੀਆਂ ਨੇ। ਤੇ ਦੱਸ ਦਈਏ ਦਰਸ਼ਕਾਂ ਨੂੰ ਕਿ ਕੈਨੇਡਾ ਦੀ ਕੰਪਨੀ ਹੈ ਜੀ ਐਵੀਬੋਟਸ, ਉਹਦੇ ਵੱਲੋਂ ਵੀ ਕਲੀਨਿੰਗ ਰੋਬੋਟਸ ਦੀ ਜਿਹੜੀ ਉਹਨਾਂ ਨੇ ਦੱਸਿਆ ਕਿ ਕਲੀਨਿੰਗ ਰੋਬੋਟਸ ਦੀ ਮੰਗ ਦੁੱਗਣੀ ਹੋ ਗਈ ਹੈ। ਜਿਹੜੀ ਕੈਨੇਡੀਅਨ ਕੰਪਨੀ ਦੀ ਮੰਗ ਦੁੱਗਣੀ ਹੋਈ ਆ। ਉਹ ਕਹਿੰਦੇ ਪਹਿਲਾਂ ਤਾਂ ਆਮ ਲੋਕ ਤਾਂ ਇਧਰਲੇ ਪਾਸੇ ਝਾਕਦੇ ਹੀ ਨਹੀਂ ਸੀਗੇ, ਪਰ ਹੁਣ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਜਾਣ ਲੱਗੀ ਆ। ਉਹ ਇਨਕੁਆਇਰੀ ਕਰਦੇ ਨੇ ਕਿ ਆਖਰਕਾਰ ਇਹ ਰੋਬੋਟ ਸਾਨੂੰ ਕਿੰਨੇ ਦਾ ਪਊਗਾ ਤੇ ਕੀ ਇਹਦੇ ਫੰਕਸ਼ਨਸ ਹੋਣਗੇ, ਕਿਸ ਤਰੀਕੇ ਨਾਲ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ। ਮਤਲਬ ਜਿਹੜੇ ਰਾਜਦੇ ਪੁੱਜਦੇ ਘਰ ਨੇ ਉਹ ਆਪਣੀ ਸਾਫ਼ ਸਫਾਈ ਵਾਸਤੇ ਰੋਬੋਟਸ ਦੀ ਮੰਗ ਕਰ ਰਹੇ ਨੇ। ਤੇ ਦੂਜੇ ਪਾਸੇ ਅਮਰੀਕਾ ਦੀ ਕੰਪਨੀ ਹੈ ਜੀ ਬ੍ਰੇਨ ਕੋਰ, ਉਸ ਦੇ ਜਿਹੜੀ 24% ਵਧੀ ਹੈ ਜੀ ਇਸ ਦੀ ਮੰਗ ਹੈ ਜਿਹੜੀ ਇਸ ਵੱਲੋਂ ਤਿਆਰ ਕੀਤੇ ਜਾਂਦੇ ਰੋਬੋਟਸ ਨੇ। ਇਹ ਕਲੀਨਿੰਗ ਰੋਬੋਟਸ ਖਾਸ ਤੌਰ ਤੇ ਇਸ ਵੱਲੋਂ ਤਿਆਰ ਕੀਤੇ ਜਾਂਦੇ ਨੇ ਤੇ ਇਸ ਦੀ ਮੰਗ 24% ਇਸ ਕੰਪਨੀ ਜਿਹੜੀ ਵਧੀ ਹੈ। ਤੇ ਆਉਣ ਵਾਲੇ ਸਾਲਾਂ ਦੌਰਾਨ ਆਪਾਂ ਜੇ ਕਹਿ ਦਈਏ 2021 ਦੇ ਵਿੱਚ ਇਹਨਾਂ ਹਾਲਾਤ ਨੂੰ ਵੇਖਦੇ ਹਾਂ ਜਿਹੜੀ 30% ਤੱਕ ਹਰ ਕੰਪਨੀ ਦਾ ਜਿਹੜਾ ਵਿਕਰੀ ਦਾ ਇਜ਼ਾਫਾ ਹੋਊਗਾ। ਵੱਖ-ਵੱਖ ਕੰਪਨੀਆਂ ਨੇ ਜਿਹੜੀਆਂ ਵੱਖ-ਵੱਖ ਜ਼ਰੂਰਤਾਂ ਮੁਤਾਬਕ ਰੋਬੋਟਸ ਤਿਆਰ ਕਰਦੀਆਂ ਨੇ। ਕੋਈ ਕਲੀਨਿੰਗ ਵਾਸਤੇ ਤਿਆਰ ਕਰਦੀ ਹੈ, ਕੋਈ ਡਿਲੀਵਰੀ ਵਾਸਤੇ ਤਿਆਰ ਕਰਦੀ ਹੈ, ਕੋਈ ਕਿਸੇ ਚੀਜ਼ ਵਾਸਤੇ, ਤੇ ਉਹਨਾਂ ਰੋਬੋਟਸ ਦੀ ਮੰਗ ਜਿਹੜੀ ਵਧੂਗੀ। ਇੱਕ ਇੰਡੀਆ ਦੇ ਵਿੱਚ ਵੀ ਆਪਾਂ ਜ਼ਿਕਰ ਕਰ ਲੈਂਦੇ ਹਾਂ ਕਿ ਇੰਡੀਆ ਦੀ ਕੰਪਨੀ ਹੈ ਮਿਲਾਗਰੋ, ਇੰਡੀਆ ਦੀ, ਉਹਦੀ ਵੀ ਕੰਪਨੀ ਤੁਸੀਂ ਗੁਣਾ ਦੇਖੋ 20 ਗੁਣਾ ਇਹਦੀ ਵਿਕਰੀ ਵੱਧ ਗਈ ਹੈ। ਮਿਲਾਗਰੋ ਕੰਪਨੀ ਵੱਲੋਂ ਜਿਹੜੇ ਰੋਬੋਟਸ ਤਿਆਰ ਕੀਤੇ ਜਾਂਦੇ ਨੇ ਉਹਨਾਂ ਦੀ ਮੰਗ, ਉਹਨਾਂ ਦੀ ਵਿਕਰੀ 20 ਗੁਣਾ ਤੱਕ ਵੱਧ ਗਈ ਹੈ ਕੋਰੋਨਾ ਵਾਇਰਸ ਕਾਰਨ। ਤੇ ਇੱਥੇ ਆਉਣ ਵਾਲੇ ਰੋਬੋਟ ਦਾ ਬਾਜ਼ਾਰ ਹੈ ਜਿਹੜਾ, ਇਹਨਾਂ ਨੇ ਮਿਲਾਗਰੋ ਦੇ ਜਿਹੜੇ CEO ਨੇ ਉਹਨਾਂ ਨੇ ਕਿਹਾ ਕਿ ਰੋਬੋਟ ਬਾਜ਼ਾਰ ਹੈ ਜਿਹੜਾ 30 ਗੁਣਾ ਤੱਕ ਵੱਧ ਸਕਦਾ ਹੈ। ਆਪਾਂ ਹਾਲਾਂਕਿ 30% ਦੀ ਗੱਲ ਕਰ ਰਹੇ ਸੀ, ਇੱਥੇ 30 ਗੁਣਾ ਦੀ ਗੱਲ ਕੀਤੀ ਨੇ। ਤੇ ਦੱਸ ਦਈਏ ਦਰਸ਼ਕਾਂ ਨੇ ਕਿ 1987 ਦੇ ਵਿੱਚ ਜਿਹੜਾ ਪਹਿਲਾ ਕਮਰਸ਼ੀਅਲ ਰੋਬੋਟ ਬਣਿਆ ਸੀਗਾ ਜਿਸ ਦੀ ਵਰਤੋਂ ਕੀਤੀ ਗਈ ਸੀ ਫਲੋਰ ਕਲੀਨਿੰਗ ਵਾਸਤੇ, ਫਰਸ਼ ਸਾਫ਼ ਕਰਨ ਵਾਸਤੇ। ਹਾਲਾਂਕਿ ਰੋਬੋਟਸ ਤੇ ਕਾਫੀ ਲੰਮੇ ਸਮੇਂ ਤੋਂ ਕੰਮ ਹੋ ਰਿਹਾ। ਜਾਪਾਨ, ਅਮਰੀਕਾ, ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਰੋਬੋਟਸ ਕਈ ਤਰ੍ਹਾਂ ਦੇ ਤਿਆਰ ਕੀਤੇ ਜਾ ਰਹੇ ਨੇ, ਪਰ ਉਹਨਾਂ ਦੇ ਮਕਸਦ ਵੱਖੋ ਵੱਖਰੇ ਨੇ। ਇਹ ਆਪਾਂ ਕਰ ਰਹੇ ਹਾਂ ਜਿਹੜੇ ਕੋਰੋਨਾ ਵਾਇਰਸ ਦੌਰਾਨ ਜਿਹੜੀ ਆਪਣੀ ਸਹਾਇਤਾ ਕਰ ਸਕਣ। ਜੀ ਬਿਲਕੁਲ ਜੀ, ਸਵਾਗਤ ਹੈ ਜੀ। ਨਾਮ ਦੱਸੋ ਤੇ ਗੱਲ ਰੱਖੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਮਦਰਦ ਟੀਵੀ ਤੋਂ ਬੋਲਦੇ ਜੀ? ਜੀ ਬਿਲਕੁਲ ਜੀ। ਹਾਂਜੀ, ਅਸੀਂ ਪੁੱਛਣਾ ਸੀਗਾ ਵੀ ਹੁਣ ਇਸ ਵਾਰ ਚੱਲਣਗੀਆਂ ਉਡਾਨਾਂ ਸਾਰੀਆਂ? ਕਿੱਧਰ ਤੱਕ ਪੁੱਛਣਾ ਜੀ ਤੁਸੀਂ? ਅਸੀਂ ਕੈਨੇਡਾ ਨੂੰ ਪੁੱਛਣਾ, ਇੰਡੀਆ ਤੋਂ ਕੈਨੇਡਾ ਨੂੰ। ਜੀ ਬਿਲਕੁਲ, ਤੁਸੀਂ ਸਕਰੀਨ ਤੇ ਵੇਖਦੇ ਰਹੋ ਜੀ। ਤੁਹਾਨੂੰ ਦੱਸਦੇ ਹਾਂ ਸਿਵਲ ਐਵੀਏਸ਼ਨ ਮਿਨਿਸਟਰ ਭਾਰਤ ਦੇ ਹਰਦੀਪ ਸਿੰਘ ਪੁਰੀ ਨੇ ਸੰਕੇਤ ਦਿੱਤੇ ਨੇ। ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਕੈਨੇਡਾ ਤੇ ਅਮਰੀਕਾ ਦਰਮਿਆਨ ਜਿਹੜੀਆਂ ਸਿੱਧੀਆਂ ਫਲਾਈਟਸ ਨੇ, ਬੇਰੋਕ ਇੰਟਰਨੈਸ਼ਨਲ ਫਲਾਈਟਸ ਜਿਹਨੂੰ ਆਪਾਂ ਹੁਣ ਚੱਲ ਰਹੀਆਂ ਨੇ, ਉਹ ਸੰਧੀ ਤਹਿਤ ਨੇ। ਜਿਹੜੀਆਂ ਨਾਰਮਲ ਫਲਾਈਟਸ ਚਲਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਟ ਮੀਨਸ ਉਹ ਇਹ ਖੋਲ੍ਹਿਆ ਜਾ ਰਿਹਾ ਕਿਉਂਕਿ ਹੁਣ ਅੱਜ ਇੰਡੀਆ ਦੇ ਵਿੱਚ 1 ਸਤੰਬਰ ਹੋ ਚੁੱਕੀ ਹੈ ਜੀ, ਤੇ ਉਹ ਅਨਲੌਕ ਫੇਜ਼ ਜਿਹੜਾ 4 ਸ਼ੁਰੂ ਹੋ ਚੁੱਕਿਆ ਜੀ। ਇੱਕ ਕਾਲਰ ਅਭਿਜੀਤ ਜੀ ਹੋਰ ਲਾਈਨ ਤੇ ਹੈਗੇ, ਉਹਨਾਂ ਦੀ ਗੱਲ ਵੀ ਸੁਣ ਲਈਏ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ ਕਿ ਉਹ ਲਾਇਰ ਜਸਪ੍ਰੀਤ ਸਿੰਘ ਅਮਰੀਕਾ ਤੋਂ ਆਉਂਦੇ ਸੀ, ਉਹ ਕਿਹੜੇ ਟਾਈਮ ਆਉਂਦੇ ਤੁਹਾਡੇ? ਹਾਂਜੀ, ਆ ਸ਼ੋਅ ਤੋਂ ਬਾਅਦ ਜੀ, ਬਿਲਕੁਲ ਖਤਮ ਹੋਣ ਤੋਂ ਬਾਅਦ ਤੁਰਤ ਬਾਅਦ ਉਹਨਾਂ ਦਾ 10 ਮਿੰਟ ਬਾਅਦ ਸ਼ੋਅ ਸ਼ੁਰੂ ਹੋ ਜਾਊਗਾ, ਇਮੀਗ੍ਰੇਸ਼ਨ ਮੈਟਰਸ।
ਤੁਸੀਂ ਹਮਦਰਦ ਟੀਵੀ ਨਾਲ ਜੁੜੇ ਰਹੋ ਜੀ, ਤੇ ਤੁਹਾਨੂੰ ਅਮਰੀਕਾ ਦੇ ਨਾਲ ਸੰਬੰਧਿਤ ਜਿਹੜੇ ਇਮੀਗ੍ਰੇਸ਼ਨ ਦੇ ਨਿਯਮ ਨੇ ਉਹਨਾਂ ਦੇ ਵਿੱਚ ਕੀ ਤਬਦੀਲੀ ਹੋਈ ਹੈ, ਕੀ ਹੋਰ ਜਿਹੜੀਆਂ ਨਵੀਆਂ ਪ੍ਰੋਸੈਸਿੰਗ ਹੋ ਰਹੀ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਜੀ। ਜੀ ਸ਼ੁਕਰੀਆ ਜੀ। ਓਕੇ, ਥੈਂਕ ਯੂ ਜੀ। ਅਭਿਜੀਤ ਜੀ ਆਪਾਂ ਹਰਦੀਪਪੁਰੀ ਵਾਲੇ ਪਾਸੇ ਬਾਅਦ ਚ ਆਉਣੀ ਆ, ਥੋੜੀ ਜੀ ਗੱਲ ਉਹ ਰਿਮੋਟਾਂ ਵਾਲੀ ਰਿਮੋਟਾਂ ਵਾਲੀ ਰਹਿ ਗਈ ਆ ਉਹ ਜੀ। ਬਿਲਕੁਲ ਜੀ ਉਹ ਸਫਾਈ ਵਗੈਰਾ ਵੀ ਕਰਦੇ ਆ ਜਾਂ ਇੱਕ ਨੇ ਲੈ ਲਿਆ ਤੇ ਦੂਜਾ ਲਊਗਾ ਤੇ ਤੀਜਾ ਲਊਗਾ? ਉਹਦਾ ਬਿਲਕੁਲ ਹੀ ਕਈ ਕੰਮ ਕਰਦੇ, ਕੱਲੀ ਸਫਾਈ ਨਹੀਂ, ਆਪਾਂ ਡਿਲੀਵਰੀ ਸਿਸਟਮ ਵੀ ਕੀਤਾ ਜਾ ਸਕਦਾ ਰਿਮੋਟਸ ਦੇ ਨਾਲ। ਜੇ ਆਪਾਂ ਕੋਈ ਚੀਜ਼ ਪਹੁੰਚਾਉਣੀ ਹੈ ਜਿਹੜੀ, ਉਹਦੇ ਨਾਲ ਡਿਲੀਵਰੀ ਵੀ ਕੀਤੀ ਜਾ ਸਕਦੀ ਹੈ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ, ਮੈਂ ਰਿਸ਼ਪਾਲ ਸਿੰਘ ਜੀ ਬੋਲਦਾ ਕੈਨੇਡਾ ਤੋਂ। ਜੀ ਰਿਸ਼ਪਾਲ ਸਿੰਘ ਜੀ, ਸਵਾਗਤ ਹੈ ਜੀ। ਬ੍ਰਹਮਪੁਰ ਤੋਂ ਹੀ ਬੋਲਦੇ ਆ ਜੀ। ਜੀ ਜੀ ਹਾਂਜੀ ਹਾਂਜੀ। ਇਹ ਜਿਹੜੀ ਕੁੜੀ ਦੀ ਬਹਾਦਰੀ ਦਿਖਾ ਰਿਹਾ ਵੀ, ਕੁੜੀ ਥੋੜੀ ਹੋਰ ਦੀ ਕੁੜੀ ਹੈਗੀ ਜੀ ਜੀ, ਜਿਹਨੇ 15 ਸਾਲ ਦੀ ਹੈ ਜੀ। ਦਿਖਾ ਰਹੇ ਨੇ, ਦੋ ਬੰਦੇ, ਇੱਕ ਬੰਦਾ ਫੜਿਆ ਗਿਆ। ਹਾਂਜੀ ਹਾਂਜੀ। ਤੇ ਉਹਦੀ ਦਿਖਾਉਣੀ ਚਾਹੀਦੀ ਹੈ ਜਿਆਦਾ ਤੁਹਾਨੂੰ, ਉਹਨੂੰ ਕੁੜੀ ਨੂੰ ਤਾਂ ਤੁਹਾਨੂੰ ਆਪਣੇ ਹਮਦਰਦ ਟੀਵੀ ਨੂੰ ਦੱਸਣਾ ਚਾਹੀਦਾ ਵੀ ਲੋਕ ਉਹਦੀ ਹੈਲਪ ਕਰਨ ਜਾਂ ਉਹਦੀ ਮਦਦ ਕਰਨ। ਇਹ ਜੋ ਬਹਾਦਰੀ ਦਾ ਕੋਈ ਨਾਮ ਦਿੱਤਾ ਜਾਵੇ, ਜੋ ਕੁੜੀ ਛੋਟੀ ਉਮਰ ਦੀ ਕੁੜੀ ਨੇ ਇੰਨਾ ਕੁਛ ਉਹਨੇ ਬਹਾਦਰੀ ਕੀਤੀ ਆ। ਜੀ ਜੀ ਜੀ, ਬਿਲਕੁਲ ਜੀ। ਉਹਦੀ ਵਾਰ-ਵਾਰ ਦਿਖਾਉਣੀ ਚਾਹੀਦੀ ਹੈ ਵੀ ਉਹ ਕਿਸ ਤਰ੍ਹਾਂ ਮੁਕਾਬਲਾ ਕਰੀਏ। ਹੋਰ ਆ ਜਿਹੜੀ ਫੋਟੋ ਇਹ ਦੇਖਦੇ ਹੋ, ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ ਵੀ ਕੀ ਹੋ ਰਿਹਾ। ਜੀ ਜੀ ਜੀ, ਬਿਲਕੁਲ ਜੀ, ਸ਼ੁਕਰੀਆ ਜੀ। ਹਾਂਜੀ, ਇਹ ਬਹਾਦਰੀ ਹੈ, ਬਹੁਤ ਵੱਡੀ ਬਹਾਦਰੀ ਹੈ। ਜੇ ਲੋਕਾਂ ਦੇ ਵਿੱਚ ਰਹਿ ਜਾਊਗਾ, ਇਹ ਜੇ ਕੁੜੀਆਂ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਜੀ। ਬਿਲਕੁਲ, ਬੜੇ ਕਾਰਨਾਮੇ ਕਰਨੇ ਹਨ। ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਜੀ ਜੀ ਵਾਰ-ਵਾਰ ਉਹ ਨਾ ਮੜੀ ਦਿਖਾ ਕੇ ਨਾ ਤੁਸੀਂ। ਹਾਂਜੀ ਜ਼ਰੂਰ, ਤੁਹਾਡੀ ਬਿਲਕੁਲ ਜੀ ਫਰਮਾਇਸ਼ ਤੇ ਜ਼ਰੂਰ ਅਸੀਂ ਦੇਖਣਾ ਚਾਹੀਦਾ ਜੀ। ਓਕੇ, ਥੈਂਕ ਯੂ ਜੀ। ਵੈਲਕਮ ਜੀ। ਅਸੀਂ ਦੁਬਾਰਾ ਜ਼ਰੂਰ ਦਿਖਾ ਦਿੰਨੇ ਆ। ਬਾਕੀ ਸਾਡੀ ਜਿਹੜਾ ਟੀਮ ਦੀ ਕੋਸ਼ਿਸ਼ ਜ਼ਰੂਰ ਰਹੂਗੀ ਕਿ ਜਦੋਂ ਹੀ ਇਹ ਭੈਣ ਜਿਹੜੀ ਸਾਡੀ ਥੋੜਾ ਜਿਹਾ ਠੀਕ ਹੁੰਦੀ ਹੈ, ਹਾਲਾਂਕਿ ਸੱਟਾਂ ਇਹਨਾਂ ਦੇ ਕਾਫੀ ਲੱਗੀਆਂ, ਤੇ ਅਸੀਂ ਜਾ ਕੇ ਉੱਥੇ ਉਹਨਾਂ ਦੇ ਇੰਟਰਵਿਊ ਵੀ ਕਰਾਂਗੇ। ਪਰ ਫਿਲਹਾਲ ਹਜੇ ਉਹ ਮਤਲਬ ਉਹਨਾਂ ਦੇ ਸੱਟਾਂ ਕਾਫੀ ਲੱਗੀਆਂ, ਹਜੇ ਉਹ ਬੋਲਣ ਦੀ ਜਿਹੜੀ ਸਥਿਤੀ ਦੇ ਵਿੱਚ ਉਹ ਹੈ ਨਹੀਂ ਗੀ। ਸਲੂਟ ਹੈ ਜੀ। ਇੱਕ ਵਾਰ ਦੁਬਾਰਾ ਅਸੀਂ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਵੀਡੀਓ ਸੋ ਕਾਲਰ ਇੱਕ ਲਾਈਨ ਤੇ ਆ ਗਏ ਜੀ। ਆਪਾਂ ਅਭਿਜੀਤ ਜੀ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਬ੍ਰੈਂਪਟਨ ਤੋਂ ਹੀ ਬੋਲਦੇ ਆ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਕਹਿੰਦਾ ਵੀ ਕੁੜੀ ਵਾਸਤੇ ਨਾਮ ਰੱਖਣਾ, ਉਹ ਕੁੜੀ ਦਾ ਜਿਹੜੀ ਸਰਜਰੀ ਕੀਤੀ ਉਹ ਫ੍ਰੀ ਕੀਤੀ ਆ ਡਾਕਟਰ ਨੇ। ਅੱਛਾ ਜੀ, ਬਿਲਕੁਲ ਜੀ। ਹਾਂਜੀ ਜੀ ਜੀ, ਉਹ ਡਾਕਟਰ ਦੀ ਮੈਂ ਸਵੇਰੇ ਵੀਡੀਓ ਦੇਖੀ ਹੈ ਇਸੇ ਹਮਦਰਦ ਟੀਵੀ ਤੇ। ਜੀ ਜੀ ਜੀ। ਤੇ ਉਹ ਕਹਿੰਦੇ ਵੀ ਸਾਰਾ ਇਲਾਜ ਉਹਨੇ ਫ੍ਰੀ ਕਰਨਾ ਹੈ, ਕੁੜੀ ਦਾ ਉਹਦੀ ਸਰਜਰੀ ਹੋਈ ਆ ਜੀ। ਬਿਲਕੁਲ, ਕਦੇ ਕਦੇ ਕੁਝ ਦਰਸ਼ਕ ਨਾ ਜੀ ਪੂਰਾ ਆਪਾਂ ਕਹਿ ਸਕਦੇ ਹਾਂ ਵੀ ਚਲੋ ਪੋਸੀਬਲ ਨਹੀਂ ਹੁੰਦਾ ਸਾਰਾ ਦਿਨ ਟੀਵੀ ਵੇਖਣਾ। ਸੋ ਜਿਵੇਂ ਜਿਵੇਂ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਆਪਾਂ ਉਸ ਹਿਸਾਬ ਨਾਲ ਦੇ ਦਿੰਦੇ ਆ। ਬਾਕੀ ਅਸੀਂ ਵੀ, ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਕੁੜੀ ਦੇ ਕੋਲੇ ਜਾ ਕੇ ਪੂਰੀ ਗੱਲਬਾਤ ਜਿਹੜੀ ਉਹ ਕੀਤੀ ਜਾਵੇ। ਸੋ ਉਮੀਦ ਇਹੀ ਹੈ ਗੱਲ ਨਹੀਂ, ਜੀ ਮੈਂ ਫੋਨ ਤਾਂ ਨਹੀਂ ਕਰਦੀ ਹੁੰਦੀ, ਟੀਵੀ ਤੁਹਾਡਾ ਦੇਖਦੀ, ਮੈਂ ਵਿਹਲੀ ਆ ਘਰੇ ਸਾਰਾ ਦਿਨ। ਸ਼ੁਕਰੀਆ ਜੀ, ਸ਼ੁਕਰੀਆ। ਕਦੇ ਕਦੇ ਕਰ ਲਿਆ ਕਰੋ ਜੀ। ਪਹਿਲੀ ਵਾਰ ਕੀਤਾ ਜੀ ਜੀ, ਬਹੁਤ ਵਧੀਆ ਲੱਗਿਆ, ਧੰਨਵਾਦ ਜੀ, ਬਹੁਤ ਬਹੁਤ। ਸੋ ਬਿਲਕੁਲ ਜੀ, ਇਹ ਜਿਵੇਂ ਪਤਾ ਆਪਾਂ ਨੂੰ ਲੱਗ ਹੀ ਰਿਹਾ ਕਿ ਦੋ ਸੀ, ਇੱਕ ਤਾਂ ਭੱਜ ਗਿਆ ਤੇ ਇੱਕ ਜਦੋਂ ਫੜ ਲਿਆ ਤੇ ਉਹਦਾ ਹੁਣ ਕਟਾਪਾ ਵੀ ਉੱਥੇ ਕੀਤਾ। ਤੇ ਸੋ ਇਹਦੇ ਤੋਂ ਦੂਜੇ ਨੂੰ ਫੜਿਆ ਜਾਵੇ ਤੇ ਇੱਕ ਸਖਤ ਜਿਹੜੀ ਅਭਿਜੀਤ ਜੀ ਸਜ਼ਾ ਦਿੱਤੀ ਜਾਵੇ, ਕਿਉਂਕਿ ਇਹ ਤਾਂ ਇੱਕ ਵਾਰ ਆਪਾਂ ਦੇਖਦੇ ਸੀ ਉਹਦੇ ਵੀਡੀਓ 'ਚ ਨਾ ਦਾਤ ਉਹਦੇ ਹੱਥੋਂ ਛੁੱਟ ਗਿਆ ਸੀਗਾ। ਸੋ ਦਾਤ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਹੁਤ ਇੱਕ ਕਿਸਮਤ ਉਹ ਵਿਚਾਰੀ ਭੈਣ ਦੀ ਵਧੀਆ ਰਹੀ ਕਿ ਹੱਥ ਵਾਲੇ ਪਾਸੇ ਨੂੰ ਚੱਲਿਆ। ਜੇ ਰੱਬ ਨਾ ਕਰਦਾ ਧੌਣ ਵਾਲੇ ਪਾਸੇ ਨੂੰ ਚੱਲ ਜਾਂਦਾ,
ਕੋਈ ਵੱਡਾ ਜਿਹੜਾ ਉੱਥੇ ਜਿਹੜਾ ਜਾਨੀ ਨੁਕਸਾਨ ਹੈ ਉਹ ਸਿਰਫਿਰੇ ਨੇ ਉਹ ਕਰ ਦੇਣਾ ਸੀਗਾ। ਬਿਲਕੁਲ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਕੈਨੇਡਾ ਦੇ ਕਿਊਬਿਕ ਸੂਬੇ ਦੀ ਗੱਲ ਕਰਦੇ ਹਾਂ ਜੀ। ਕਿਊਬਿਕ ਸੂਬੇ ਦੇ ਪ੍ਰੀਮੀਅਰ ਫਰਾਂਸਵਾ ਆਪਾਂ ਚਿੰਤਤ ਨੇ ਜੀ। ਫਰਾਂਸਵਾ ਲੀਗੋ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਕਿਉਂਕਿ ਕੀ ਹੋ ਗਿਆ? ਕਰੋਨਾ ਵਾਇਰਸ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਮਾਮਲੇ ਉੱਥੇ ਵਧਣੇ ਸ਼ੁਰੂ ਹੋ ਗਏ ਨੇ ਦੁਬਾਰਾ, ਦੂਜੀ ਲਹਿਰ। ਹੈਲੋ ਜੀ, ਮੈਂ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ, ਉਹ ਮੈਂ ਵੀਡੀਓ ਦੇਖ ਰਿਹਾ ਸੀਗਾ ਜੀ, ਉਹ ਕੁੜੀ ਵਾਲੀ ਜਿਹਦਾ ਮੋਬਾਈਲ ਖੋਇਆ। ਜੀ ਹਾਂਜੀ, ਬੜੀ ਬਹਾਦਰੀ ਵਾਲੀ ਗੱਲ ਆ ਜੀ। ਬਿਲਕੁਲ ਜੀ। ਹਾਂਜੀ, ਉਹ ਮਤਲਬ ਉਹ ਜਿਹੜਾ ਮੁੰਡਾ ਫੜਿਆ ਆ ਉਹਦੇ ਤਾਂ ਪੂਰੀ ਪਲੇਟ ਹੋਣੀ ਚਾਹੀਦੀ ਆ। ਦੂਜੀ ਗੱਲ ਆ, ਦੂਜਾ ਬੰਦਾ ਵੀ ਨਾਲ ਫੜਨਾ ਚਾਹੀਦਾ ਜੀ। ਬਿਲਕੁਲ ਜੀ, ਉਹ ਤਾਂ ਉਹਦੀ ਸ਼ਨਾਖਤ ਤੇ ਉਹਦੀ ਨਿਸ਼ਾਨਦੇਹੀ ਤੇ ਦੂਜਾ ਵੀ ਬੰਦਾ ਫੜਿਆ ਜਾਊਗਾ। ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਜੀ ਇਹਨਾਂ ਨੂੰ ਜੇ ਆਪਾਂ ਗੱਲ ਕੀਤੀ ਜਾਵੇ ਨਾ, ਛਿੱਤਰ ਪਰੇਡ ਨਾਲ ਇਹਨਾਂ ਨੂੰ ਬਹੁਤਾ ਫਰਕ ਪੈਂਦਾ ਨਹੀਂ ਹੁੰਦਾ। ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਉਹਨਾਂ ਦੇ 5-7 ਸੋ ਸਜ਼ਾ ਹੀ ਇੱਕ ਥੋੜੀ ਜਿਹੀ ਸਖਤ ਹੋਣੀ ਚਾਹੀਦੀ ਇਹਨਾਂ ਵਾਸਤੇ। ਜੀ, ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੋਹਾਂ ਭਰਾਵਾਂ ਨੂੰ ਮੇਰਾ ਬਹੁਤ ਨਿੱਘਾ ਸਵਾਗਤ। ਜੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਬਹਾਦਰ ਕੁੜੀ ਨੂੰ ਨਾਮ ਦੇਣਾ ਚਾਹੀਦਾ ਕਿ ਨਹੀਂ? ਜੀ, ਜੇ ਤੁਹਾਡੀ ਇੰਟਰਵਿਊ ਹੋਈ ਕੁੜੀ ਨਾਲ, ਮੇਰੀ ਗੱਲਬਾਤ ਜ਼ਰੂਰ ਕਰਵਾਇਓ। ਮੈਂ ਕੁੜੀ ਨੂੰ ਨਾਮ ਦੇਣਾ ਚਾਹੁੰਦਾ ਜੀ। ਬਿਲਕੁਲ ਜੀ, ਕੋਈ ਗੱਲ ਨਹੀਂ। ਜੇ ਉਹਨਾਂ ਨੇ ਕਿਹਾ ਤੇ ਆਪਣਾ ਅਸੀਂ ਨੰਬਰ ਉਹਨਾਂ ਦਾ ਜ਼ਰੂਰ ਉਹਨਾਂ ਦੇ ਮੂੰਹ ਬੁਲਵਾਵਾਂਗੇ ਜੀ। ਸੋ ਵਾਕਿਆ ਜੀ ਸ਼ਲਾਘਾ ਹਰੇਕ ਪਾਸੇ ਹੋ ਰਹੀ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਜੀ ਲੱਗਦਾ ਜੀ, ਆਪਾਂ ਕਿਊਬਿਕ ਸੂਬੇ ਦੀ ਗੱਲ ਕਰ ਰਹੇ ਸੀ ਜੀ। ਸਭ ਤੋਂ ਵੱਧ ਮਾਮਲੇ ਇੱਥੇ ਹੀ ਨੇ ਜੇ ਆਪਾਂ ਦੇਖਿਆ ਜਾਵੇ। ਕਿਊਬਿਕ ਤੇ ਓਨਟਾਰੀਓ ਕੈਨੇਡਾ ਦੇ ਵਿੱਚ ਦੋ ਸਭ ਤੋਂ ਜਿਹੜੀਆਂ ਇਨਫੈਕਟਡ ਸਟੇਟਸ ਰਹੀਆਂ ਨੇ। ਤੇ ਹੁਣ ਦੁਬਾਰਾ ਜਿਹੜੀ ਦੂਜੀ ਲਹਿਰ ਹੈ ਉਹ ਉੱਠਣ ਦਾ ਖਦਸ਼ਾ ਕਹਿ ਸਕਦੇ ਹਾਂ ਆਪਾਂ। ਦੁਬਾਰਾ ਲਗਾਤਾਰ ਨਵੇਂ ਮਾਮਲੇ ਕਿਊਬਿਕ ਦੇ ਵਿੱਚ ਸਾਹਮਣੇ ਆ ਰਹੇ ਨੇ। ਔਰ ਜਿਹੜੇ ਫਰਾਂਸਵਾ ਲੀਗੋ ਨੇ ਉਹ ਚਿੰਤਤ ਨੇ ਕਿ ਲੋਕ ਅਵੇਸਲੇ ਨੇ, ਅਣਗਹਿਲੀ ਕਰ ਰਹੇ ਨੇ, ਇਸ ਪਾਸੇ ਧਿਆਨ ਨਹੀਂ ਦੇ ਰਹੇ ਕਿ ਉਹਨਾਂ ਨੇ ਕਿਹਾ ਕਿ ਲੋਕ ਕੰਮਾਂ ਕਾਰਾਂ ਤੇ ਤਾਂ ਜਾ ਰਹੇ ਨੇ ਪਰ ਉਹ ਬਿਮਾਰ ਹੋਣ ਦੇ ਬਾਵਜੂਦ, ਉਹਨਾਂ ਦਾ ਟੈਂਪਰੇਚਰ ਵਧਿਆ ਹੁੰਦਾ, ਉਹਨਾਂ ਨੂੰ ਖੰਘ ਜਾਂ ਜ਼ੁਕਾਮ ਹੁੰਦਾ ਤਾਂ ਉਹ ਇਸ ਦੇ ਬਾਵਜੂਦ ਵੀ ਕੰਮ ਤੇ ਚਲੇ ਜਾਂਦੇ ਨੇ। ਇਸ ਗੱਲ ਤੋਂ ਕਾਫੀ ਗੁੱਸੇ ਦੇ ਵਿੱਚ ਵੀ ਨੇ ਫਰਾਂਸਵਾ ਲੀਗੋ ਕਿ ਉਹ ਜਿਹੜੇ ਬੰਦੇ ਬਿਮਾਰ ਨੇ ਉਹਨਾਂ ਨੂੰ ਕੰਮ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਦੂਜਿਆਂ ਵਾਸਤੇ ਇਹ ਸਮੱਸਿਆ ਪੈਦਾ ਕਰਦੇ ਨੇ। ਜੀ ਬਿਲਕੁਲ, ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹੈਲੋ, ਹਾਂਜੀ ਹਾਂਜੀ, ਟੀਵੀ ਦੀ ਆਵਾਜ਼ ਤੁਸੀਂ ਬੰਦ ਕਰੋ, ਫੋਨ ਟੂ ਫੋਨ ਗੱਲ ਕਰੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਹਾਂਜੀ, ਆਪਣਾ ਨਾਮ। ਹੈਲੋ, ਆਵਾਜ਼ ਆ ਰਹੀ ਹੈ ਸਰ ਤੁਹਾਡੀ, ਆਪਣਾ ਨਾਮ ਦੱਸੋ ਜੀ, ਆਪਣੀ ਗੱਲ ਰੱਖੋ। ਬਰਿੰਦਰ ਸਿੰਘ ਬਰਾੜ ਨਾਲ ਗੱਲ ਕਰਨੀ ਹੈ ਜੀ। ਮੈਂ ਪੁਰਸ਼ੋਤਮ ਬੈਂਸ ਬੋਲਦਾ ਜੀ, ਅਮਰੀਕਾ ਤੋਂ। ਓਕੇ ਜੀ, ਬੈਂਸ ਸਾਹਿਬ ਕਰੋ ਗੱਲ ਤੁਸੀਂ। ਪੁਰਸ਼ੋਤਮ ਦਾਸ। ਮੇਰਾ ਇਦਾਂ ਹੈ ਜੀ, ਮੇਰੇ 9 ਤੇ ਪੋਤੀ 5 ਸਾਲ ਦੀ ਆ। ਉਹਨਾਂ ਕੋਲ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ 10 ਸਾਲ ਦਾ ਕੈਨੇਡਾ ਦਾ ਜੀ। ਅੱਗੇ ਉਹ 6 ਮਹੀਨੇ ਵਿਜ਼ਿਟ ਕਰ ਚੁੱਕੇ ਆ ਕੈਨੇਡਾ ਦੀ। ਹੁਣ ਉਹਨਾਂ ਨੇ ਆਉਣਾ 22 ਸਤੰਬਰ ਨੂੰ ਉਹਨਾਂ ਨੇ ਆਉਣਾ ਹੈਗਾ ਕੈਨੇਡਾ। ਕੀ ਉਹ ਆ ਸਕਦੇ ਆ? ਨਹੀਂ ਜੀ, ਟਰੈਵਲ ਰੈਸਟ੍ਰਿਕਸ਼ਨਸ ਲਾਗੂ ਵਧਾਈਆਂ ਗਈਆਂ ਨੇ ਜੀ। 30 ਸਤੰਬਰ ਤੱਕ ਵਿਜ਼ਟਰ ਵੀਜ਼ਾ ਵਾਲੇ ਨੂੰ ਅਲਾਉਡ ਨਹੀਂ ਕੀਤਾ ਗਿਆ। ਜਿਹੜੀਆਂ ਗੈਰ ਜ਼ਰੂਰੀ ਆਵਾਜਾਈ ਹੈ ਬਿਲਕੁਲ ਰੋਕ ਦਿੱਤੀ ਗਈ ਹੈ ਜੀ। ਇਸ ਕਰਕੇ ਉਹ ਜਿਹੜੇ ਕਈ ਸਟੂਡੈਂਟਸ ਨੂੰ ਹਵਾਈ ਅੱਡਿਆਂ ਤੋਂ ਮੋੜ ਦਿੱਤਾ ਗਿਆ। ਇਸ ਕਰਕੇ ਤੁਸੀਂ ਜਿਹੜੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਮੰਮੀ ਡੈਡੀ ਇੱਥੇ ਦੇ ਪਰਮਾਨੈਂਟ ਕੈਨੇਡਾ ਦੇ ਨਹੀਂ, ਭਾਵੇਂ ਪਰਮਾਨੈਂਟ ਨੇ ਜੀ ਪਰ ਉਹਨਾਂ ਕੋਲੇ ਵਿਜ਼ਟਰ ਵੀਜ਼ਾ ਨਾ ਜੀ। ਹਾਂਜੀ, ਵਿਜ਼ਟਰ ਵੀਜ਼ਾ ਤੇ ਅਲਾਉਡ ਨਹੀਂ ਹੈ ਜੀ। ਵਿਜ਼ਟਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਵਾਲਿਆਂ ਤੇ ਰੋਕ ਹੈ ਜੀ ਫਿਲਹਾਲ। ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਨੇ ਲਾਗੂ ਨੇ ਗੈਰ ਜ਼ਰੂਰੀ, ਸਿਰਫ ਜਿਹੜੇ ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ PR ਤੇ ਉਹਨਾਂ ਦੇ ਬਿਲਕੁਲ ਨਜ਼ਦੀਕੀ, ਉਹਨਾਂ ਦੇ ਕੀ ਲੱਗਦੇ ਨੇ ਜੀ, ਤੁਸੀਂ ਦੁਬਾਰਾ ਦੱਸਿਓ ਜਰਾ। ਉਹਨਾਂ ਦੀ ਮੰਮੀ ਡੈਡੀ ਆ ਤੇ ਕੈਨੇਡਾ ਦੇ ਵਿੱਚ ਸਿਟੀਜ਼ਨ, ਭਰਜਾਈ ਵੀ ਆ, ਮੰਮੀ ਬੱਚਿਆਂ ਦੇ। ਹਾਂ, ਬੱਚਿਆਂ ਦੇ। ਓਕੇ, ਫੇਰ ਆ ਸਕਦੇ ਨੇ ਜੀ। ਉਹਨਾਂ ਦੇ ਜੇ ਬੱਚੇ ਨੇ ਫੇਰ ਆ ਸਕਦੇ ਨੇ ਬੱਚਿਆਂ ਦੇ। ਦੇਖੋ, ਮੈਂ ਦੱਸਣਾ ਚਾਹੁੰਦਾ ਕਿ ਮੇਰੀ ਜਿਹੜੀ ਨੂੰਹ ਆ, ਉਹਦੀ ਮੇਰੀ ਪੋਤੀ, ਉਹਦੇ ਜਿਹੜੇ ਮਾਂ ਪਿਓ ਆ ਉਹ ਕੈਨੇਡਾ ਦੇ ਵਿੱਚ ਰਹਿ
ਹੈ ਪੱਕੇ ਤੌਰ ਤੇ। ਓਕੇ ਜੀ ਉਹਨਾਂ ਨੂੰ ਮਿਲਣ ਜਾਣਾ ਹੈਗਾ। ਮੈਂ ਤਾਂ ਪਤਾ ਕਰਨਾ ਚਾਹੁੰਦਾ ਕਿ ਜਲੰਧਰ ਤੋਂ ਟਿਕਟ ਦਿੱਤੀ ਹੈ ਇੰਡੀਆ ਦੀ ਏਜੰਟ ਨੇ 22 ਸਤੰਬਰ ਦੀ। ਮੈਂ ਆ ਕਿ ਕੋਈ ਰੁਕਾਵਟ ਤਾਂ ਨਾ ਪਊਗੀ? ਨਹੀਂ ਜੀ ਨਹੀਂ, ਕੈਨੇਡੀਅਨ ਸਿਟੀਜ਼ਨਸ ਤੇ ਪੀਆਰ ਉਹਨਾਂ ਦੇ ਜਿਹੜੇ ਬਿਲਕੁਲ ਫਸਟ ਰਿਲੇਸ਼ਨ ਦੇ ਵਿੱਚ ਨੇ, ਉਹਨਾਂ ਦੇ ਬੱਚੇ ਨੇ, ਉਹਨਾਂ ਜਾਂ ਬੱਚਿਆਂ ਦੇ ਮਾਪੇ ਨੇ, ਉਹਨਾਂ ਨੂੰ ਉਹਨਾਂ ਤੇ ਕੋਈ ਰੋਕ ਨਹੀਂ ਹੈ ਜੀ। ਸ਼ੁਕਰੀਆ ਜੀ। ਠੀਕ ਹੈ। ਉਹਨਾਂ ਦੇ ਮਾਂ ਬਾਪ ਵੀ ਦੇ ਭਰਾ ਭਰਜਾਈ ਆ ਉਹ ਪੱਕੇ ਤੌਰ ਤੇ ਸਿਟੀਜ਼ਨ ਆ ਕੈਨੇਡਾ 'ਚ। ਜੀ ਉਹ ਕੁੜੀ ਨੇ ਮੇਰੀ ਨੂੰਹ ਨੇ ਆਪਣੇ ਮਾਂ ਪਿਓ ਨੂੰ ਮਿਲਣ ਆਉਣਾ। ਜੀ ਅੱਗੇ ਵੀ 6 ਮਹੀਨੇ ਰਹਿ ਕੇ ਗਈ ਆ। ਜੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਇੱਕ ਕਾਲਰ ਜੀ ਹੋਰ ਲਾਈਨ ਜੀ ਕਾਲ ਉਹਨਾਂ ਦੀ ਡਿਸਕਨੈਕਟ ਹੋ ਗਈ ਹੈ ਜੀ। ਸੋ ਆਪਾਂ ਫਰਾਂਸਵਾ ਲੀਗੋ ਵਾਲੇ ਪਾਸੇ ਆ ਹਾਂਜੀ, ਆਪਾਂ ਫਰਾਂਸਵਾ ਲੀਗੋ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਵਧਦੇ ਹਾਂ ਜੀ। ਅੱਗੇ ਆਪਣਾ ਫਿਰ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ ਸਾਡੇ ਨਾਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਜੁੜਨਗੇ। ਪਹਿਲਾਂ ਵੀ ਸਾਡੇ ਕਾਲਰ ਨੇ ਪੁੱਛਿਆ ਸੀ ਕਿ ਕਦੋਂ ਸ਼ੁਰੂ ਹੋਣਾ, ਤੇ ਬਸ ਤੁਰਤ ਬਾਅਦ ਜੀ, ਇਸ ਸ਼ੋਅ ਤੋਂ ਤੁਰਤ ਬਾਅਦ ਕੁਝ ਹੀ ਮਿੰਟਾਂ ਬਾਅਦ ਅਸੀਂ ਸ਼ੋਅ ਇਮੀਗ੍ਰੇਸ਼ਨ ਮੈਟਰਸ ਸ਼ੁਰੂ ਕਰਾਂਗੇ। ਇਹ ਨਿਬੇੜ ਲਈਏ ਜੀ। ਇਹ ਜਿਹੜੇ ਫਰਾਂਸਵਾ ਲੀਗੋ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿਊਬਿਕਰਸ ਨੂੰ, ਕਿਊਬਿਕ ਵਾਸੀਆਂ ਨੂੰ, ਕਿ ਜੇ ਇਹੀ ਹਾਲਾਤ ਰਹੇ ਤੁਹਾਡੇ ਤਾਂ ਦੁਬਾਰਾ ਲਾਕਡਾਊਨ ਲਾਗੂ ਕੀਤਾ ਜਾਊਗਾ। ਇਸ ਕਰਕੇ ਸੁਚੇਤ ਹੋ ਜਾਓ। ਜੇ ਤੁਸੀਂ ਬਚਣਾ ਹੈ ਬਿਮਾਰੀ ਤੋਂ ਔਰ ਲਾਕਡਾਊਨ ਤੋਂ, ਨਹੀਂ ਤਾਂ ਦੁਬਾਰਾ ਸੂਬੇ ਦੇ ਵਿੱਚ ਲਾਕਡਾਊਨ ਲਾਉਣ ਵਾਲੇ ਹਾਲਾਤ ਪੈਦਾ ਹੋ ਰਹੇ ਨੇ ਜੇ ਤੁਸੀਂ ਨਾ ਸੰਭਲੇ। ਹੁਣ ਉਹਨਾਂ ਦੀ ਇਹ ਚੇਤਾਵਨੀ ਹੈ ਸਿੱਧੇ ਤੌਰ ਤੇ ਕਿਊਬਿਕਰਸ ਨੂੰ, ਕਿਉਂਕਿ ਉੱਥੇ ਜਿਹੜੀ ਦੂਜੀ ਲਹਿਰ ਦੇ ਤਹਿਤ ਲਗਾਤਾਰ ਮਾਮਲੇ ਵੱਧ ਰਹੇ ਨੇ। ਬਾਕੀ ਜੀ ਭਾਰਤ ਦੀ ਗੱਲ ਕਰ ਲਈਏ, ਦੋ ਗੱਲਾਂ ਦੇ ਵਿੱਚ ਗੱਲ ਮੁਕਾ ਦਿੰਦੇ ਆ। ਅਭਿਜੀਤ ਜੀ 68,000 ਜਿਹੜਾ ਮਰੀਜ਼ ਹੈਗਾ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਇਹ ਸਾਹਮਣੇ ਆ ਚੁੱਕਿਆ ਹੈਗਾ, ਤੇ ਪੰਜਾਬ ਦੇ ਵਿੱਚ ਜੀ ਉਹੀ ਹਾਲਾਤ ਹੈਗੇ ਆ ਜੀ। ਤੇ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਲੋਕਡਾਊਨ ਹੈਗਾ, ਤੇ ਬਾਕੀ ਵੀਕਐਂਡ ਦੇ ਤਾਂ ਪਰਮਾਨੈਂਟਲੀ ਪੱਕਾ ਕਰ ਦਿੱਤਾ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਥੋੜਾ ਜਿਹਾ ਜਲਦੀ ਦੇ ਨੇ ਗੱਲ ਰੱਖਿਓ ਜੀ। ਹਾਂਜੀ, ਮੈਂ ਤਜਿੰਦਰ ਬੋਲਦੀ। ਮੈਂ ਪੁੱਛਣਾ ਸੀ ਕੁੜੀ ਕਿੱਥੋਂ ਦੀ ਹੈ, ਮਤਲਬ ਜਿਹੜੀ ਆਹ ਮੁਕਾਬਲਾ ਕਰਦੀ ਹੈ? ਜਲੰਧਰ ਦੀ ਹੈ ਜੀ, ਜਲੰਧਰ। ਅੱਛਾ, ਜਲੰਧਰ ਦੀ। ਜੀ ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਜੀ ਲਈਏ ਛੁੱਟੀਆਂ? ਹਾਂਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਟਾਈਮ ਚੋਂ ਟਾਈਮ ਕੱਢ ਕੇ 1 ਘੰਟਾ ਸਾਨੂੰ ਤੁਸੀਂ ਦਿੱਤਾ ਆਪਦੇ 24 ਘੰਟਿਆਂ ਚੋਂ, ਤਹਿ ਦਿਲ ਤੋਂ ਤੁਹਾਡੇ ਸ਼ੁਕਰੀਆ। ਕੱਲ ਨੂੰ ਆਪਾਂ ਫੇਰ ਹਾਜ਼ਰ ਹੋਵਾਂਗੇ ਜੀ। ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।